ओके सो मैं ये जानना चाहता कि ये फिर जो बंदा है हाँ जी सो ये फिर की काम की करता है जिवें दस्सिया सीगा रील स्टेट विच हाँ जी, ਇਹ ਰੀਅਲ ਸਟੇਟ ਏਜੰਟ ਆ, ਲਾਈਕ ਜਿਹਨੂੰ ਲਾਈਕ ਸਟੂਡੈਂਟਸ ਨੂੰ ਘਰ ਆਫਰ ਕਰਦਾ, ਮੋਸਟਲੀ ਲਾਈਕ ਆਈ ਥਿੰਕ ਗਰਲਸ ਨੂੰ ਹੀ ਕਰਦਾ ਆਫਰ। कि लड़की जी स्टूडेंट आ स्टूडेंट लड़कियां ते भी जुल्म करते हैं लोग शर्म चाहिए ना लड़कियां बच्चियां साडियां धीआं ने और साडियां भैणां ने तुहाडियां और इन्हां ते जुल्म कर रहे हैं लोग और री स्टेट वाले व्यक्ति है जिसने इस स्टूडेंट लड़की हुण कहंदी है कि मैं प्रेगनेंट हो गई हाँ और आई एम रियली सॉरी फॉर दैट इस बच्चे लिए मेरी सिम्पथी आ और इस बच्चे नूं मैं सलूट करदा कि एटलीस्ट बाहर आई पता नहीं होर किन्नियां लड़कियां होणगीਆਂ ਜਿਹੜੀ ਕੈਨੇਡਾ ਦੇ ਵਿੱਚ ਇੱਥੇ स्टूडेंट आईयां दा शोषण कर रहे हैं लोग हैं जी। वेरी सैड पार्ट मैं कुछ कॉल लेना चाहूँगा और आई डोंट नो कि ये वन साइड स्टोरी है ਕਿਉਂਕਿ ਉਹਨੇ ਮੇਰੇ ਤੋਂ ਮੈਨੂੰ ਇਹ ਵੀ ਗੱਲ ਕਹਿਤੀ ਸੀ ਕਿ ਤੈਨੂੰ ਮੈਨੂੰ ਤੈਨੂੰ ਰੈਂਟ ਦੇਣ ਦੀ ਕੋਈ ਲੋੜ ਨਹੀਂ ਹੈਗੀ। ਤੁਸੀਂ ਸਮਝੇ ਨਹੀਂ ਜੇ ਰੈਂਟ ਨਾ ਦੇਣ ਦੀ ਲੋੜ ਨਹੀਂ ਹੈ ਤਾਂ ਫਿਰ ਤੁਸੀਂ ਸਮਝ ਨਹੀਂ ਕਿ ਕੁਛ ਕਾਲਾ ਮਾਲਾ ਹੈ। ਉਹਨਾਂ ਦੇ ਵਿੱਚ ਇੱਕ ਵਿਦਿਆਰਥਣ ਹੈ ਜਿਹੜੀ ਕਿ ਪੰਜਾਬ ਤੋਂ ਆਈ ਹੈ ਤੇ ਉਹਨਾਂ ਦਾ ਸਾਨੂੰ ਕੱਲ ਕਾਲ ਆਇਆ। ਤੁਸੀਂ ਜਾਣਦੇ ਹੋ ਕਿ ਕੁਝ ਬੱਚੇ ਜਿਹੜੇ ਨਿਗਾਹ ਨਿਗਾਹ ਕਾਲ ਕਰਦੇ ਨੇ ਕਿ ਸਾਡੀ ਮਦਦ ਸਾਨੂੰ ਮਿਲ ਜਾਵੇ ਔਰ ਉਹ ਕਹਿੰਦੇ ਨੇ ਕਿ ਲੜਕੀ ਦਾ ਇਹ ਕਹਿਣਾ ਹੈ ਕਿ ਇਹ ਲੜਕੀ ਦੀ ਆਪਣੀ ਸਟੋਰੀ ਹੈ ਔਰ ਸਾਡਾ ਸਹਿਮਤ ਹੋਣਾ ਨਾ ਹੋਣਾ ਕੋਈ ਜ਼ਰੂਰੀ ਨਹੀਂ ਕਿਸੇ ਵੀ ਸਟੋਰੀ ਦੇ ਨਾਲ ਕਿਉਂਕਿ ਵਨ ਸਾਈਡ ਸਟੋਰੀ ਹੈ ਔਰ ਇਹ ਕਹਿੰਦੇ ਕਿ ਆਮ ਤੌਰ ਤੇ ਜਿਹੜੇ ਸਾਡੇ ਇਮੀਗ੍ਰਾਂਟ ਜਾਂ ਕੈਨੇਡੀਅਨ ਲੋਕ ਨੇ ਇਹ ਇੱਥੇ ਆਏ ਹੋਏ ਬੱਚਿਆਂ ਨੂੰ ਪਰੇਸ਼ਾਨ ਹੀ ਨਹੀਂ ਕਲਾ ਕਰਦੇ ਸਰੀਰਕ ਸ਼ੋਸ਼ਣ ਕਰਦੇ ਨੇ ਉਹਨਾਂ ਨਾਲ ਜ਼ੁਲਮ ਕਰਦੇ ਨੇ ਇਹ ਜ਼ਾਲਮ ਲੋਕ ਅਤੇ ਇਹਨਾਂ ਤੋਂ ਤੁਸੀਂ ਜਾਣਦੇ ਹੋ ਕਈ ਲੋਕ ਜਿਹੜੇ ਨੇ 500-600 ਡਾਲਰ ਕਿਰਾਇਆ ਚਾਰਜ ਕਰਦੇ ਨੇ ਇੱਕ ਨੂੰ ਵੀ 3-3 4-4 ਲੜਕੀਆਂ ਦਿੰਦੇ ਨੇ ਉਸ ਤੋਂ ਬਾਅਦ ਦੋਸ਼ ਲਾਉਂਦੇ ਨੇ ਕਈ ਲੋਕਾਂ ਨੇ ਗਰਾਜ ਦੇ ਵਿੱਚ ਆਪਣੇ ਬੈੱਡਰੂਮ ਬਣਾ ਲਏ ਨੇ ਲਿਵਿੰਗ ਰੂਮ ਨੂੰ ਬੈੱਡਰੂਮ ਬਣਾ ਲਿਆ ਕਨਵਰਟ ਕਰ ਲਿਆ ਇਹ ਵੀ ਕਾਨੂੰਨ ਦੇ ਮੁਤਾਬਕ ਠੀਕ ਨਹੀਂ ਜੀ ਅੱਗ ਲੱਗ ਜਾਵੇ ਬੱਚੇ ਜਾਣ ਕਿੱਧਰ ਨੂੰ ਇਹ ਵੀ ਕਿਸੇ ਬੱਚੇ ਨੇ ਔਰ ਬੱਚੇ ਬੜੇ ਪਰੇਸ਼ਾਨ ਨੇ ਔਰ ਠੀਕ ਹੈ ਕੁਝ ਬੱਚੇ ਸ਼ਰਾਰਤੀ ਵੀ ਨੇ ਲੜਦੇ ਵੀ ਨੇ ਕੁਝ ਬੱਚਿਆਂ ਨੇ ਗਲਤ ਪਲੇ ਟਾਈਮ ਲਈਆਂ ਹੋਣਗੇ ਵੀ ਅਸੀਂ ਮੰਨਦੇ ਹਾਂ ਨਾਲ ਦੇ ਨਾਲ ਪਰ ਇਹ ਕੁਝ ਬੱਚੇ ਜਿਹੜੇ ਸ਼ਰਾਰਤੀ ਨੇ ਕੁਝ ਬੱਚੇ ਮਿਹਨਤੀ ਵੀ ਨੇ ਤੇ ਕੁਝ ਬੱਚਿਆਂ ਨੂੰ ਗਲਤ ਵੀ ਬਿਹੇਵ ਕੀਤਾ ਜਾ ਰਿਹਾ ਇਸ ਲੜੀ ਵਿੱਚ ਇੱਕ ਲੜਕੀ ਹੈ ਔਰ ਉਹ ਸਾਡੇ ਨਾਲ ਲਾਈਨ ਤੇ ਹਾਜ਼ਰ ਹੈ। ਤੁਹਾਡਾ ਨਾਮ ਮੈਂ ਫੇਕ ਰੱਖਾਂਗਾ ਪਲੀਜ਼ ਮੈਂ ਤੁਹਾਡਾ ਪੂਰਾ ਨਾਮ ਨਹੀਂ ਜਾਣਨਾ ਚਾਹਾਂਗਾ ਨਾ ਤੁਹਾਡੇ ਪਿੰਡ ਬਾਰੇ ਜਾਣਨਾ ਚਾਹਾਂਗਾ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਤੁਸੀਂ ਤੁਹਾਡਾ ਨਾਮ ਫੇਕ ਮੈਂ ਕੀ ਰੱਖਾਂ ਕੀ ਨਾਂ ਰੱਖਾਂ ਤੁਹਾਡਾ ਇੱਕ ਡਿੰਪਲ ਤੁਹਾਨੂੰ ਡਿੰਪਲ ਕਹਾਂ ਜਾਂ ਹਨੀ ਕਹਾਂ ਜਾਂ ਜੋ ਮਰਜ਼ੀ ਕਹਿ ਲਓ ਜੀ। I think I can put a name ਹਨੀਪ੍ਰੀਤ you don't mind okay ਹਨੀਪ੍ਰੀਤ anyway ਤੁਹਾਡਾ ਨਾਮ ਹਨੀਪ੍ਰੀਤ ਰੱਖਿਆ ਫੇਕ ਨਾਮ ਹੈ ਹਨੀਪ੍ਰੀਤ ਤੁਹਾਨੂੰ ਕਿੰਨਾ ਸਾਲ ਹੋ ਗਿਆ ਕੈਨੇਡਾ ਚ ਆਏ ਨੂੰ? ਮੈਨੂੰ 1.5 ਸਾਲ ਹੋ ਗਿਆ ਇੱਥੇ ਤੇ ਕੈਨੇਡਾ ਆਈ ਨੂੰ। 1.5 ਸਾਲ ਹੋ ਗਿਆ ਤੁਸੀਂ ਐਜ਼ ਅ ਸਟੂਡੈਂਟ ਹੋ ਹਾਲੇ ਵੀ? ਜੀ ਆਈ ਸੀ ਸੋ ਤੁਸੀਂ ਸਕੂਲ ਹਾਲੇ ਵੀ ਜਾਂਦੇ ਹੋ? ਹਾਂਜੀ। ਅੱਛਾ ਤੁਹਾਨੂੰ ਕੀ ਸਮੱਸਿਆ ਕੀ ਆਈ ਹੈ? ਆਮ ਲੋਕ ਕਹਿੰਦੇ ਨੇ ਕਿ ਜਿਹੜੇ ਸਟੂਡੈਂਟ ਨੇ ਉਹ ਇੱਥੇ ਆਣ ਕੇ ਸ਼ਰਾਰਤਾਂ ਕਰਦੇ ਨੇ ਡਿਸਟਰਬ ਕਰਦੇ ਨੇ ਸਿਸਟਮ ਨੂੰ ਹਾਂਜੀ ਰੰਗ ਵਿੱਚ ਭੰਗ ਪਾਉਂਦੇ ਨੇ ਔਰ ਤੁਸੀਂ ਮੈਨੂੰ ਕਹਿ ਰਹੇ ਹੋ ਉਲਟੀ ਕਿ ਸਾਡੇ ਨਾਲ ਧੱਕਾ ਕਰ ਰਹੇ ਨੇ ਕਿ ਲੋਕ ਜਿਹੜੇ ਨੇ ਪੱਕੇ ਨੇ ਜਦ ਅਸੀਂ ਜਿਹਨਾਂ ਘਰਾਂ ਵਿੱਚ ਰਹਿ ਰਹੇ ਹਾਂ ਜਿਵੇਂ ਤੁਸੀਂ ਆਪਣੀ ਦਸਵੀਂ ਸਕੂਲ ਦੱਸਣ ਜਾ ਰਹੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਨਾਲ ਕੀ ਹੋਇਆ ਹਨੀ? ਹਾਂਜੀ ਲਾਈਕ ਸਾਲ ਪਹਿਲਾਂ ਲਾਈਕ ਮੈਨੂੰ ਲਾਈਕ ਮੈਂ ਪਹਿਲਾਂ ਬੇਸਮੈਂਟ 'ਚ ਰਹਿੰਦੀ ਸੀਗੀ ਉੱਥੇ ਲਾਈਕ 5 ਗਰਲਸ ਸੀਗੀਆਂ ਬਟ ਲਾਈਕ ਉੱਥੇ ਲਾਈਕ ਤੁਹਾਨੂੰ ਵੀ ਪਤਾ 5 ਕੁੜੀਆਂ 'ਚ ਐਡਜਸਟ ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਲਾਈਕ ਮੈਂ ਰੂਮ ਲੱਭ ਰਹੀ ਸੀ ਕਿ ਮੈਨੂੰ ਹੋਰ ਰੂਮ ਲੱਭ ਜਾਵੇ ਤੇ ਲਾਈਕ ਇੱਕ ਇੰਡੀਅਨ ਗਰੋਸਰੀ ਸਟੋਰ ਤੇ ਮੈਂ ਐਡ ਦੇਖੀ ਸੀ ਕਿ ਉਹ ਘਰ ਦੇ ਵਿੱਚ ਇੱਕ ਰੂਮ ਰੈਂਟ ਕਰ ਰਹੇ ਨੇ ਲਾਈਕ ਫੈਮਿਲੀ ਸੀਗੀ ਹਸਬੈਂਡ ਵਾਈਫ ਤੇ ਉਹਨਾਂ ਦਾ ਬੇਟਾ ਸੀਗਾ ਲਾਈਕ ਉਹਨਾਂ ਨੇ ਰੂਮ ਰੈਂਟ ਤੇ ਦੇ ਰਹੇ ਸੀਗੇ ਲਾਈਕ ਤੇ ਮੈਂ ਉਹਨਾਂ ਤੋਂ ਪੁੱਛਿਆ ਤੇ ਮੇਰੀ ਗੱਲ ਹੋਈ ਉਹਨਾਂ ਨਾਲ ਤੇ ਲਾਈਕ ਮੈਨੂੰ ਉਹ ਅਫੋਰਡੇਬਲ ਲੱਗਿਆ ਐਂਡ ਲਾਈਕ ਸੂਟੇਬਲ ਲੱਗਿਆ ਤੇ ਮੈਂ ਉੱਥੇ ਸ਼ਿਫਟ ਹੋ ਗਈ ਐਂਡ ਲਾਈਕ ਰੋਜ਼ ਲਾਈਕ ਉੱਥੇ ਇੱਦਾਂ ਸੀਗਾ ਕਿ ਉਹ ਇਹਨਾਂ ਦੀ ਇੱਕ ਫੈਮਿਲੀ ਸੀਗੀ ਇੱਕ ਲਾਈਕ ਆਦਮੀ ਲਾਈਕ ਹਸਬੈਂਡ ਵਾਈਫ ਐਂਡ ਉਹਨਾਂ ਦਾ ਬੇਟਾ ਸੀਗਾ 4 ਰੂਮ ਦਾ ਘਰ ਸੀਗਾ ਉਹ ਤੇ ਇੱਕ ਰੂਮ 'ਚ ਇੱਕ ਹੋਰ ਸਟੂਡੈਂਟ ਰਹਿੰਦੀ ਹੁੰਦੀ ਸੀਗੀ ਕਿ ਰੋਜ਼ ਸੁਣਦੇ ਹੁੰਦੇ ਸੀ ਕਿ ਉਹਨਾਂ ਹਸਬੈਂਡ ਵਾਈਫ ਦੀ ਰੋਜ਼ ਹੀ ਲੜਾਈ ਹੁੰਦੀ ਸੀਗੀ ਐਵਰੀ ਟਾਈਮ ਉਹ ਲਾਈਕ ਫਾਈਟ ਕਰਦੇ ਰਹਿੰਦੇ ਸੀਗੇ ਰਿਲੇਟਿਵ ਟੂ ਲਾਈਕ ਆਲਵੇਜ਼ ਫਾਈਟ ਕਰਦੇ ਰਹਿੰਦੇ ਸੀਗੇ ਤੇ ਲਾਈਕ ਉਹਦੀ ਵਾਈਫ ਜਿਹੜਾ ਹਸਬੈਂਡ ਸੀ ਲਾਈਕ ਉਹਦੀ ਵਾਈਫ ਲਾਈਕ ਉਹ ਨਾਈਟ ਸ਼ਿਫਟ ਤੇ ਜਾਂਦੀ ਹੁੰਦੀ ਸੀਗੀ ਤੇ ਲਾਈਕ ਇੱਕ ਦਿਨ ਕੀ ਹੋਇਆ ਲਾਈਕ ਉਹ ਮੇਰੇ ਕੋਲ ਆਇਆ ਤੇ ਮੈਨੂੰ ਕਹਿ ਰਿਹਾ ਕਿ ਵੀ ਮੈਂ ਆਪਣੀ ਵਾਈਫ ਤੋਂ ਤੰਗ ਆ ਚੁੱਕਾ ਕਿ ਮੈਂ ਉਹ ਤੋਂ ਡਿਵੋਰਸ ਲੈਣਾ ਚਾਹੁੰਦਾ ਨਾ ਮੈਂ ਤਾਂ ਕੁਛ ਨਹੀਂ ਕਿਹਾ ਉਸ ਟਾਈਮ ਕਿਉਂਕਿ ਮੈਂ ਕੀ ਕਹਿ ਸਕਦੀ ਸੀ ਨਾ ਉਸ ਟਾਈਮ ਉਹ ਮੈਨੂੰ ਕਹਿ ਰਿਹਾ ਕਿ ਵੀ ਮੈਂ ਲਾਈਕ ਬਹੁਤ ਪਰੇਸ਼ਾਨ ਆ ਮੈਂ ਉਹਨਾਂ ਹੋਰ ਨਹੀਂ ਰਹਿਣਾ ਚਾਹੁੰਦਾ। ਨਹੀਂ ਇਹ ਰਾਤ ਨੂੰ ਕਿੱਦਾਂ ਆਣ ਕੇ ਤੁਹਾਨੂੰ? ਹਾਂਜੀ ਰਾਤ ਨੂੰ ਕਿੰਨੇ ਕੁ ਵਜੇ? 7 ਵਾਈਫ ਘਰ ਨਹੀਂ ਸੀ ਉਸ ਵੇਲੇ?
ਜੀ ਨਹੀਂ, ਕਿਉਂਕਿ ਉਹਦੀ ਵਾਈਫ ਤੇ ਜਿਹੜੀ ਦੂਸਰੀ ਸਟੂਡੈਂਟ ਆ ਉਹ ਰੋਜ਼ ਲਾਈਕ ਉਹ ਨਾਈਟ ਸ਼ਿਫਟ ਤੇ ਜਾਂਦੇ ਹੁੰਦੇ ਸੀਗੇ ਕਿੰਨੇ ਕੁ ਵਜੇ ਤੁਹਾਡੇ ਰੂਮ 'ਚ ਆ ਗਿਆ ਉਹ? ਰੂਮ ਦੇ, ਹਾਂਜੀ, ਕਿਉਂਕਿ ਮੈਂ ਬਾਹਰ ਆਈ ਸੀ, ਮੈਂ ਪਾਣੀ ਪੀਣ ਲਈ ਬਾਹਰ ਆਈ ਸੀ ਤੇ ਉਹ ਲਾਈਕ ਉਦੋਂ ਹੀ ਆਇਆ, ਕਹਿੰਦੇ ਮੈਨੂੰ ਦੱਸਣ ਲੱਗ ਪਿਆ ਕਿ ਵੀ ਮੇਰੀ ਵਾਈਫ ਨਾਲ ਮੇਰੀ ਲਾਈਕ ਮੇਰੇ ਬਹੁਤ ਝਗੜੇ ਹੋ ਰਹੇ ਆ, ਲਾਈਕ ਸਾਡੀ ਬਣਦੀ ਨਹੀਂ ਪਈ, ਮੈਂ ਉਹ ਤੋਂ ਡਿਵੋਰਸ ਲੈਣਾ ਚਾਹੁੰਦਾ। ਇਹ ਸਾਰੀਆਂ ਗੱਲਾਂ ਕਹਿ ਰਿਹਾ ਸੀ। ਹੌਲੀ ਹੌਲੀ ਲਾਈਕ ਅੱਗੇ ਕਿ ਜਦੋਂ ਵੱਧਦੀ ਮੈਂ ਇਹਨਾਂ ਗੌਰ ਨਹੀਂ ਕੀਤਾ, ਮੈਂ ਕਿਹਾ ਚਲੋ ਇਹਨਾਂ ਦਾ ਪਰਸਨਲ ਮੈਟਰ ਆ, ਮੈਂ ਕੀ ਕਹਿ ਸਕਦੀ ਹਾਂ ਨਾ। ਹੌਲੀ ਹੌਲੀ ਲਾਈਕ ਜਦੋਂ, ਕਿਉਂਕਿ ਮੈਂ ਵੀ ਸਟੂਡੈਂਟ ਸੀ ਤੇ ਉਹ ਲਾਈਕ ਮੈਨੂੰ ਈਵਨ ਕਿ ਉਹਨੇ ਮੈਨੂੰ ਕਈ ਵਾਰ ਲਾਈਕ ਮੇਰੇ ਕਾਲਜ ਵੀ ਮੈਨੂੰ ਛੱਡਣ ਜਾਂਦਾ ਸੀਗਾ, ਮੈਨੂੰ ਕਹਿੰਦਾ ਸੀ ਕਿ ਤੂੰ ਲਾਈਕ ਪਲੀਜ਼ ਕਿਸੇ ਦੇ ਇੱਥੇ ਟਰਸਟ ਨਾ ਕਰੀ, ਸਾਰੇ ਇੱਥੇ ਲਾਈਕ ਯੂਜ਼ ਕਰਦੇ ਆ ਸਟੂਡੈਂਟਸ ਨੂੰ ਅੱਛਾ ਰੋਕ ਕੇ, ਲਾਈਕ ਕਿਉਂਕਿ ਮੈਂ ਵੀ ਨਿਊ ਸੀ ਉਸ ਟਾਈਮ ਤੇ ਉਹਨੇ ਵੀ ਮੇਰੀ ਬਹੁਤ ਹੈਲਪ ਕੀਤੀ। ਲਾਈਕ ਥੋੜੇ ਟਾਈਮ ਬਾਅਦ ਮੈਨੂੰ ਉਹ ਕਹਿ ਰਿਹਾ ਕਿ ਮੈਂ ਤੈਨੂੰ ਲਾਈਕ ਕਰਦਾ। ਓ ਮਾਈ ਗॉड, ਹਾਂ ਜੀ ਚਲੋ ਠੀਕ ਹੈ, ਲਾਈਕ ਕਰਨਾ ਕੋਈ ਮਾੜੀ ਗੱਲ ਨਹੀਂ, ਉਹ ਤਾਂ ਕਹਿੰਦੇ ਹਾਂ ਵੀ ਮੈਂ ਤੁਹਾਨੂੰ ਲਾਈਕ ਕਰਦਾ ਕਿ ਤੁਸੀਂ ਬੜੇ ਚੰਗੇ ਬੱਚੇ ਹੋ ਔਰ ਤੁਸੀਂ ਪੜ੍ਹਨ ਨੂੰ ਹੁਸ਼ਿਆਰ ਹੋ ਔਰ ਤੁਹਾਨੂੰ ਲਾਈਕ ਕਰਨ ਤੱਕ ਉਸ ਤੋਂ ਬਾਅਦ ਕੀ ਹੋਇਆ? ਬਟ ਉਹਨੇ ਲਾਈਕ ਉਹਨੇ ਮੇਰੇ ਨਾਲ ਰਿਲੇਸ਼ਨਸ਼ਿਪ ਬਣਾਇਆ। ਓ ਮਾਈ ਗॉड, ਬੈਡ ਅਟੈਂਸ਼ਨ ਸੀ ਉਹਦੀ ਲਾਈਕ ਕਰਨ ਦੀ? ਜੀ। ਓ ਮਾਈ ਗॉड, ਕਹਿ ਸਕਦੇ ਹਾਂ ਲਾਈਕ ਉਹਨੇ ਰਿਲੇਸ਼ਨਸ਼ਿਪ ਬਣਾਇਆ ਐਂਡ ਮੈਨੂੰ ਕਹਿ ਰਿਹਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਕਿ ਮੈਂ ਬਾਈ ਯੂ ਮੇਕ ਅ ਰਿਲੇਸ਼ਨਸ਼ਿਪ ਇਨ ਸੈਂਸ ਕਿ ਤੁਸੀਂ ਐਜ਼ ਅ ਫਰੈਂਡ ਹੋ ਗਏ ਫਿਰ? ਐਜ਼ ਅ ਫਰੈਂਡ ਹੀ ਸਮਝ ਲਓ, ਕਿਉਂਕਿ ਉਸ ਬੰਦੇ ਨੇ ਈਵਨ ਇਹ ਗੱਲ ਵੀ ਸੀਗੀ, ਕਿਉਂਕਿ ਉਹਨੇ ਮੇਰੇ ਤੋਂ ਮੈਨੂੰ ਇਹ ਵੀ ਗੱਲ ਕਹਿਤੀ ਸੀ ਕਿ ਤੈਨੂੰ ਮੈਨੂੰ ਲੈ ਕੇ ਤੈਨੂੰ ਰੈਂਟ ਦੇਣ ਦੀ ਕੋਈ ਲੋੜ ਨਹੀਂ ਹੈਗੀ। ਤੁਸੀਂ ਸਮਝੇ ਨਹੀਂ, ਜੇ ਰੈਂਟ ਨਾ ਦੇਣ ਦੀ ਲੋੜ ਨਹੀਂ ਹੈ ਤਾਂ ਫਿਰ ਤੁਸੀਂ ਸਮਝੇ ਨਹੀਂ ਕਿ ਕੁਛ ਕਾਲਾ ਮਾਲਾ ਇਹ? ਮੈਂ ਕਿਹਾ ਕਿ ਨਹੀਂ ਲਾਈਕ ਲੋੜ ਤਾਂ ਹੈ, ਕਿਉਂਕਿ ਮੈਂ ਰਹਿ ਰਹੀ ਹਾਂ, ਮੈਂ ਤੈਨੂੰ ਰੈਂਟ ਦੇਣਾ। ਕਹਿੰਦਾ ਨਹੀਂ, ਕਹਿੰਦੀ ਇਹ ਤਾਂ ਕਹਿੰਦਾ ਕੋਈ ਲੋੜ ਨਹੀਂ ਹੈਗੀ, ਕਹਿੰਦਾ ਲਾਈਕ ਕਿ ਮੈਂ ਤੈਨੂੰ ਲਾਈਕ ਕਰਦਾ, ਮੈਂ ਤੇਰੇ ਨਾਲ ਆਪਣੀ ਲਾਈਫ ਸਪੈਂਡ ਕਰਨਾ ਚਾਹੁੰਦਾ ਕਿ ਮੈਂ ਆਪਣੀ ਵਾਈਫ ਨੂੰ ਡਿਵੋਰਸ ਦੇ ਕੇ ਤੇ ਤੇਰੇ ਨਾਲ ਵਿਆਹ ਕਰਵਾਉਂਗਾ। ਲਾਈਕ ਉਸ ਟਾਈਮ ਇਦਾਂ ਦੀ ਸਿਚੁਏਸ਼ਨ ਸੀ, ਮੈਂ ਵੀ ਉਹਦੀਆਂ ਗੱਲਾਂ 'ਚ ਆ ਗਈ ਹਾਂ ਨਾ, ਲਾਈਕ ਕਿਉਂਕਿ ਉਹਨੇ ਵੀ ਮੇਰੀ ਥੋੜੀ ਜਿਹੀ ਹੈਲਪ ਕੀਤੀ ਸੀ ਐਜ਼ ਅ ਫਾਈਨੈਂਸ਼ੀਅਲੀ ਵੀ। ਲਾਈਕ ਉਸ ਟਾਈਮ ਸਿਚੁਏਸ਼ਨ ਹੀ ਇਦਾਂ ਦੀ ਸੀਗੀ ਕਿ ਮੈਂ ਉਹਦੀ ਗੱਲਾਂ 'ਚ ਆ ਗਈ ਐਂਡ ਲਾਈਕ ਹੁਣ ਸਿਚੁਏਸ਼ਨ ਇਦਾਂ ਕਿ ਮੈਂ ਆਈ ਐਮ ਪ੍ਰੈਗਨੈਂਟ ਨਾਓ ਤੇ ਓ ਮਾਈ ਗॉड, ਤੁਸੀਂ ਵਿਆਹ ਮਤਲਬ ਤੁਸੀਂ ਇੱਕ ਯੂ ਸੇਇੰਗ ਦੈਟ ਹਾਂਜੀ ਆਈ ਕੁਡ ਅੰਡਰਸਟੈਂਡ ਕਿ ਤੁਹਾਨੂੰ ਕਹਿੰਦੇ ਤੁਸੀਂ ਕਿਰਾਇਆ ਨਾ ਦਿਓ ਔਰ ਤੁਸੀਂ ਉਹਦੇ ਮਤਲਬ ਸ਼ਿਕੰਜੇ 'ਚ ਫਸ ਗਏ, ਚੁੰਗਲ ਦੇ ਵਿੱਚ ਫਸ ਗਏ, ਤਾਂ ਉਹ ਫਿਰ ਇਹ ਜਿਹੜਾ ਬੰਦਾ ਹੈ ਕਿੰਨੀ ਉਮਰ ਦਾ ਹੈ ਇਹ ਆਲਮੋਸਟ ਲਾਈਕ 30 ਇਅਰਸ 30 ਪਲੱਸ 30 ਪਲੱਸ ਜੀ। ਓ ਆਈ ਸੀ, ਓਕੇ। ਸੋ ਮੈਂ ਇਹ ਜਾਣਨਾ ਚਾਹੁੰਦਾ ਕਿ ਇਹ ਫਿਰ ਜਿਹੜਾ ਬੰਦਾ ਆ ਹਾਂਜੀ ਸੋ ਇਹ ਫਿਰ ਕੰਮ ਕੀ ਕਰਦਾ, ਜਿਵੇਂ ਦੱਸਿਆ ਸੀਗਾ ਰੀਅਲ ਸਟੇਟ ਵਿੱਚ? ਹਾਂਜੀ, ਇਹ ਰੀਅਲ ਸਟੇਟ ਏਜੰਟ ਆ, ਲਾਈਕ ਜਿਹਨੂੰ ਲਾਈਕ ਸਟੂਡੈਂਟਸ ਨੂੰ ਘਰ ਆਫਰ ਕਰਦਾ, ਮੋਸਟਲੀ ਲਾਈਕ ਆਈ ਥਿੰਕ ਗਰਲਸ ਨੂੰ ਹੀ ਕਰਦਾ ਆਫਰ ਕਿ ਹਾਂ ਮੇਰੇ ਕੋਲ ਰੈਂਟ ਲਈ ਘਰ ਹੈਗਾ, ਤੁਸੀਂ ਰਹਿ ਸਕਦੇ ਆ। ਮਤਲਬ ਕਿ ਇਹ ਇਹੋ ਜਿਹਾ ਕੰਮ ਕਰਦਾ, ਮੈਂ ਤਾਂ ਹੈਰਾਨ ਹੈ। ਅੱਛਾ, ਫਿਰ ਇਹਨੇ ਤੁਹਾਨੂੰ ਰਿਲੇਸ਼ਨ ਚ ਲੈ ਲਿਆ, ਹੁਣ ਤੁਸੀਂ ਕਹਿ ਰਹੇ ਕਿ ਤੁਸੀਂ ਇੱਕ ਬੱਚੇ ਦੀ ਮਾਂ ਬਣਨ ਵਾਲੇ ਹੋ? ਜੀ, ਲਾਈਕ ਮੈਂ ਇਹਨੂੰ ਹੁਣ ਦੱਸਿਆ ਕਿ ਲਾਈਕ ਮੈਨੂੰ ਦੱਸਿਆ ਕਿ ਹਾਂ ਵੀ ਆਈ ਐਮ ਪ੍ਰੈਗਨੈਂਟ ਨਾਓ ਕਿ ਵੈਨ ਕਿ ਤੂੰ ਤਾਂ ਕਹਿ ਰਿਹਾ ਸੀ ਕਿ ਮੈਂ ਆਪਣੀ ਵਾਈਫ ਨੂੰ ਛੱਡਣਾ, ਲਾਈਕ ਕਿ ਹੁਣ ਇਹ ਮੁੱਕਰ ਰਿਹਾ ਕਿ ਮੈਂ ਤਾਂ ਇਦਾਂ ਕੁਝ ਕਿਹਾ ਨਹੀਂ ਹੈਗਾ, ਮੈਂ ਆਪਣੀ ਵਾਈਫ ਨਹੀਂ ਹਾਊ ਡੂ ਯੂ ਨੋ ਦੈਟ ਤੁਸੀਂ ਪ੍ਰੈਗਨੈਂਟ ਹੋ? ਤੁਸੀਂ ਤੁਹਾਨੂੰ ਕਿਵੇਂ ਪਤਾ ਕਿ ਤੁਹਾਡੇ ਤੁਸੀਂ ਬੱਚੇ ਨੂੰ ਜਨਮ ਦੇਣ ਵਾਲੇ ਹੋ? ਹਾਊ ਡੂ ਯੂ ਨੋ ਦੈਟ? ਘਰ ਆਪਾਂ ਲਾਈਕ ਆਪਾਂ ਇੱਕ ਪ੍ਰੈਗਨੈਂਸੀ ਕਿਟ ਹੁੰਦੀ ਆ, ਵੀ ਕੈਨ ਯੂਜ਼ ਦੈਟ ਵਨ, ਆਪਾਂ ਉਹ ਤੋਂ ਪਤਾ ਕਰ ਸਕਦੇ ਹਾਂ ਕਿ ਆਪਾਂ ਪ੍ਰੈਗਨੈਂਟ ਆ ਕਿ ਨਹੀਂ। ਮੈਂ ਘਰ ਹੀ ਉਹ ਯੂਜ਼ ਕੀਤਾ ਸੀ। ਬਟ ਦਿਸ ਇਜ਼ ਵੈਰੀ ਸੈਡ ਪਾਰਟ, ਔਰ ਤੁਸੀਂ ਇੱਕ ਪੜ੍ਹਨ ਆਏ ਹੋ ਔਰ ਤੁਸੀਂ ਯੂ ਸ਼ੁਡ ਅੰਡਰਸਟੈਂਡ ਕਿ ਤੁਸੀਂ ਇੱਕ ਮੈਰਿਡ ਬੰਦੇ ਨਾਲ ਸਰੀਰਕ ਸੰਬੰਧ ਬਣਾਏ, ਇਹ ਤੁਹਾਡਾ ਵੀ ਕਸੂਰ ਹੈ, ਤੁਸੀਂ ਕਿਉਂ ਬਣਾਏ ਫਿਰ? ਯੂ ਸ਼ੁਡ ਕਾਲ ਦੀ ਪੁਲਿਸ। ਸਰ ਦੇਖੋ, ਲਾਈਕ ਉਸ ਟਾਈਮ ਹੁਣ ਪਤਾ ਨਹੀਂ, ਚਾਹੇ ਇਹਨੂੰ ਕਿਸਮਤ ਕਹਿ ਲਓ, ਲਾਈਕ ਸਿਚੁਏਸ਼ਨ ਹੀ ਉਸ ਟਾਈਮ ਇਦਾਂ ਦੀ ਹੋ ਜਾਂਦੀ, ਲਾਈਕ ਬੰਦਾ ਆਪਾਂ ਕੁਝ ਕਰ ਵੀ ਨਹੀਂ ਸਕਦੇ। ਹੁਣ ਲਾਈਕ ਹੁਣ ਮੈਂ ਇਹਨੂੰ ਕਹਿ ਰਹੀ ਹਾਂ ਕਿ ਹਾਂ ਕਿ ਤੂੰ ਮੈਨੂੰ ਕਿਹਾ ਸੀ, ਈਵਨ ਇਹਨੇ ਮੈਨੂੰ ਪ੍ਰੋਮਿਸ ਕੀਤਾ ਸੀ ਕਿ ਹਾਂ ਮੈਂ ਆਪਣੀ ਵਾਈਫ ਨੂੰ ਲਾਈਕ ਛੱਡਣਾ ਚਾਹੁੰਦਾ, ਮੈਨੂੰ ਡਿਵੋਰਸ ਦੇਣਾ ਚਾਹੁੰਦਾ। ਆਫਟਰ ਦੈਟ ਕਹਿੰਦਾ ਮੈਂ ਤੈਨੂੰ ਡਿਵੋਰਸ ਜਦੋਂ ਉਹਨੂੰ ਮੈਂ ਡਿਵੋਰਸ ਦੇ ਦੂੰਗਾ, ਦੈਨ ਮੈਂ ਤੇਰੇ ਨਾਲ ਵਿਆਹ ਕਰਵਾ ਲੂੰਗਾ। ਲਾਈਕ ਹੁਣ ਮੈਨੂੰ ਮੈਂ ਦੱਸਿਆ ਕਿ ਮੈਂ ਪ੍ਰੈਗਨੈਂਟ ਆ ਨਾ, ਹੁਣ ਇਹਨੇ ਮੈਨੂੰ ਨੋਟਿਸ ਦੇਤਾ ਕਿ ਤੂੰ ਦਸੰਬਰ 'ਚ ਇਸ ਘਰ ਤੋਂ ਚਲ ਜਾ, ਕਿ ਤੂੰ ਇੱਥੇ ਰਹਿ ਲਾਈਕ ਤੂੰ ਇੱਥੇ ਨਹੀਂ ਰਹਿ ਸਕਦੀ। ਲਾਈਕ ਮੈਨੂੰ ਕਿਹਾ ਕਿ ਮੈਂ ਕਿੱਥੇ ਜਾਵਾਂ ਨਾ, ਹੁਣ ਇਹ ਕਹਿੰਦਾ ਕਿ ਤੂੰ ਲਾਈਕ ਤੂੰ ਜਿੱਥੇ ਮਰਜ਼ੀ ਜਾ, ਲਾਈਕ ਮੇਰੀ ਪ੍ਰੋਬਲਮ ਨਹੀਂ ਹੈਗੀ ਇਹ। ਲਾਈਕ ਹੁਣ ਦੱਸੋ ਮੈਂ ਕੀ ਕਰਾਂ ਨਾ ਇਹਦੇ ਵਿੱਚ। ਜਿਸ ਵੇਲੇ ਵੈਰੀ ਸੈਡ ਪਾਰਟ, ਔਰ ਮੈਂ ਕੁਝ ਕਾਲਸ ਲੈਣਾ ਚਾਹਾਂਗਾ ਔਰ ਤੁਸੀਂ ਮੇਰੇ ਕਾਲਰਸ ਨੂੰ ਬੇਨਤੀ ਹੈ ਕਿ ਕੋਈ ਉਲਟਾ ਸਿੱਧਾ ਸਵਾਲ ਨਾ ਕਰੇ ਇਸ ਲੜਕੀ ਨੂੰ। ਔਰ ਦੇਖ ਲਓ ਕਿ ਲੜਕੀ ਜਿਹੜੀ ਸਟੂਡੈਂਟ ਲੜਕੀਆਂ ਤੇ ਵੀ ਜ਼ੁਲਮ ਕਰਦੇ ਨੇ ਲੋਕ, ਸ਼ਰਮ ਚਾਹੀਦੀ ਨਾਲ। ਲੜਕੀਆਂ ਬੱਚੀਆਂ ਸਾਡੀਆਂ ਧੀਆਂ ਨੇ ਔਰ ਸਾਡੀਆਂ ਭੈਣਾਂ ਨੇ ਤੁਹਾਡੀਆਂ, ਔਰ ਇਹਨਾਂ ਤੇ ਜ਼ੁਲਮ ਕਰ ਰਹੇ ਨੇ ਲੋਕ। ਔਰ ਰੀਲ ਸਟੇਟ ਵਾਲੇ ਵਿਅਕਤੀ ਆ ਜਿਸ ਨੇ ਸਟੂਡੈਂਟ ਲੜਕੀ ਹੁਣ ਕਹਿੰਦੀ ਹੈ ਕਿ ਮੈਂ ਪ੍ਰੈਗਨੈਂਟ ਹੋ ਗਈ ਹਾਂ,
ਔਰ ਆਈ ਐਮ ਰੀਲੀ ਸੌਰੀ ਫॉर दैट। ਇਸ ਬੱਚੇ ਲਈ ਮੇਰੀ ਸਿਮਪਥੀ ਆ ਔਰ ਇਸ ਬੱਚੇ ਨੂੰ ਮੈਂ ਸਲੂਟ ਕਰਦਾ ਕਿ ਐਟਲੀਸਟ ਬਾਹਰ ਆਈ ਪਤਾ ਨਹੀਂ ਹੋਰ ਕਿੰਨੀਆਂ ਕੁ ਲੜਕੀਆਂ ਹੋਣਗੀਆਂ ਜਿਹੜੀਆਂ ਕਿ ਕੈਨੇਡਾ ਦੇ ਵਿੱਚ ਇੱਥੇ ਸਟੂਡੈਂਟ ਆਈਆਂ ਦਾ ਸ਼ੋਸ਼ਣ ਕਰ ਰਹੇ ਨੇ ਲੋਕ। ਹਾਂਜੀ, ਵੈਰੀ ਸੈਡ ਪਾਰਟ। ਮੈਂ ਕੁਝ ਕਾਲ ਲੈਣਾ ਚਾਹਾਂਗਾ ਔਰ ਆਈ ਡੋਂਟ ਨੋ ਕਿ ਕੀ ਇਹ ਵਨ ਸਾਈਡ ਸਟੋਰੀ ਹੈ। ਕਾਲਜ ਤੁਸੀਂ ਇਸ ਧੀ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਕਿਸ ਧੀ ਆ ਔਰ ਜੇ ਸਟੂਡੈਂਟ ਬੱਚੇ ਆਏ ਨੇ ਇਹਨਾਂ ਦੇ ਮਾਂ ਪਿਓ ਜੀ ਇੰਡੀਆ ਨੇ ਔਰ ਸਾਡਾ ਫਰਜ਼ ਵੀ ਬਣਦਾ ਇਹਨਾਂ ਦਾ ਅਸੀਂ ਖਿਆਲ ਰੱਖੀਏ। ਹਾਂਜੀ, ਮੈਂ ਤਾਂ ਹੈਰਾਨ ਹੋ ਗਿਆ ਕਿ ਰਿਲੇਸ਼ਨ ਬਣਾ ਲਿਆ ਕਿ ਮੇਰੀ ਘਰ ਵਾਲੀ ਬਣਦੀ ਨਹੀਂ, ਇਹ ਹੁਣ ਇਹਨੂੰ ਬਾਹਰੋਂ ਘਰੋਂ ਕੱਢ ਰਿਹਾ, ਮੈਂ ਵਿਆਹ ਕਰਾਊਂਗਾ। ਹਾਂਜੀ ਕਾਲਰ ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਵੀਰ ਜੀ। ਭੈਣ ਜੀ ਕੀ ਕਰੇ ਲੜਕੀ, ਇਹ ਦੇਖ ਲਓ ਕਿੰਨੀ ਪਰੇਸ਼ਾਨ ਹੈ ਵਿਚਾਰੀ। ਵੀਰ ਜੀ ਡੋਂਟ ਟੇਕ ਮੀ ਰੋਂਗ, ਆਪਾਂ ਇਹਦੀ ਸਟੋਰੀ ਸੁਣੀ ਹੈ, ਮੈਨੂੰ ਇਹ ਠੀਕ ਨਹੀਂ ਲੱਗ ਰਿਹਾ। ਡੋਂਟ ਟੇਕ ਮੀ ਰੋਂਗ, ਬਟ ਪੂਰੀ ਤਰ੍ਹਾਂ ਚੈੱਕ ਕਰੋ। ਜੇ ਜਿਹੜਾ ਕੁਝ ਇਹ ਪਹਿਲਾਂ ਕਹਿ ਰਹੀ ਸੈਕੰਡ ਟਾਈਮ ਕੀ ਕਹਿ ਰਹੀ ਸੀ, could be her fault too. If she got pregnant, she should call police, and if this is a rape case. आई सी, मेहरबानी जी, बहुत बहुत शुक्रिया। अगली कॉल प्लीज। हाँ जी, हाँ जी कॉलर की कहना चाहते हो? ਬਸ ਜਦ ਦੇਖੋ ਜੀ ਜਿਆਦਾ ਉਹ ਡਾਈਵੋਰਸ ਹੀ ਬੰਦਾ ਹੋਵੇ ਹੈ ਨਾ, ਹਾਂ ਫਿਰ ਤਾਂ ਆਪਾਂ ਮੰਨਿਆ ਕਿ ਸਿੰਗਲ ਰਹਿੰਦਾ ਜੀ, ਚਲੋ ਕੋਈ ਨਹੀਂ, ਫਿਰ ਤਾਂ ਆਪਣੇ ਕੋਈ ਗੱਲ ਨਹੀਂ, ਬੰਦੇ ਦੀ ਅਫੇਅਰ ਹੋ ਜਾਂਦਾ, ਪਿਆਰ ਪੈ ਜਾਂਦਾ, ਉਹ ਗੱਲ ਵੱਖਰੀ ਹੈ। ਉਹ ਤੁਹਾਡੇ ਸਾਹਮਣੇ ਉਹਦੀ ਵਾਈਫ ਰਹਿ ਰਹੀ ਹੈ ਉਹਦੇ ਨਾਲ, ਰਾਈਟ? ਨਾਲੇ ਤੁਸੀਂ ਕਹਿੰਦੇ ਲੜ ਝਗੜ ਰਹੇ ਆ, ਇਹ ਵੀ ਪਤਾ ਲੱਗ ਰਿਹਾ ਕਿ ਬੰਦਾ ਸਹੀ ਨਹੀਂ ਯਾਰ, ਤਾਂ ਰੋਜ਼ ਲੜਦਾ, ਮੇਰੇ ਨਾਲ ਵੀ ਲੜੂਗਾ ਕੱਲ ਨੂੰ, ਤੇ ਫਿਰ ਤੁਹਾਨੂੰ ਕਾਲਜ ਛੱਡਣ ਜਾਂਦਾ। ਇੱਥੇ ਕਿਹਦੇ ਕੋਲ ਇੰਨਾ ਟਾਈਮ ਹੈ ਕਿਸੇ ਨੂੰ ਰੋਜ਼ ਤੇਲ ਫੂਕ ਕੇ ਆਪਦਾ ਕੰਮ ਛੱਡ ਕੇ ਤੁਹਾਨੂੰ ਛੱਡਣ ਜਾਵੇ, ਚੱਕਣ ਆਵੇ। ਤੁਹਾਡੀ ਫਾਈਨੈਂਸ਼ੀਅਲੀ ਤੁਸੀਂ ਕਹਿੰਦੇ ਹੈਲਪ ਵੀ ਕੀਤੀ ਤੇ ਰੈਂਟ ਵੀ ਮੈਨੂੰ ਕਹਿੰਦਾ ਨਾ ਦੇ, ਤੁਸੀਂ ਰੈਂਟ ਵੀ ਨਹੀਂ ਦਿੱਤਾ। ਇਹ ਤਾਂ ਸ਼ਰੇਆਮ ਸੌਦੇਬਾਜ਼ੀ ਹੈ ਬਾਸੀ ਸਾਹਿਬ। ਨਹੀਂ ਇਹ ਕੁੜੀ ਫਿਰ ਉਸ ਚੁੰਗਲ ਵਿੱਚ ਫਸ ਗਈ ਨਾ। ਉਹ ਚੁੰਗਲ ਕੋਈ ਚੁੰਗਲ ਨਹੀਂ, ਸਾਰੀ ਇਹ ਕੰਪਰੋਮਾਈਜ਼ ਹੈ। ਰੈਂਟ ਘਟਾਇਆ, ਪੈਸੇ ਲਏ, ਉਹ ਛੱਡ ਕੇ ਪਿਕ ਐਂਡ ਡ੍ਰੌਪ ਕਰਦਾ ਸੀ, ਸਾਰਾ ਕੁਝ ਕੀਤਾ। ਹੁਣ ਉਹ ਕਿਸੇ ਗੱਲ ਪ੍ਰੈਗਨੈਂਟ ਵੀ ਨਹੀਂ ਹੋਣੇ, ਮੈਨੂੰ ਤਾਂ ਲੱਗਦਾ ਜੇ ਜਾਂ ਹੋਏ ਤਾਂ ਕੋਈ ਹੋਰ ਹੋਣਾ। ਸੋ ਇਹ ਕੋਈ ਗੱਲ ਨਹੀਂ, ਕੰਪਰੋਮਾਈਜ਼ ਹੈ, ਪੂਰੀ ਡੀਲ ਬਣੀ ਹੈ ਜੀ, ਸਾਹਮਣੇ ਸਾਰੀ ਗੱਲ ਹੈਗੀ ਹੈ। ਸੜਕਣ ਭਾਵ ਹੈ ਕਿ ਇਹਨਾਂ ਨੇ ਆਪਸ ਵਿੱਚ ਹੀ ਕੰਪਰੋਮਾਈਜ਼ ਹੈ, ਇਹਨਾਂ ਨੇ ਕੀਤਾ ਹੈ। ਉਹ ਕਹਿੰਦੇ ਮੈਂ ਤੈਨੂੰ ਵਿਆਹ ਕਰਾਉਂਗਾ, ਉਹ ਕਹਿੰਦੇ ਮੈਂ ਵਿਆਹ ਤੁਹਾਨੂੰ ਕਹਿੰਦੇ ਸੀਗਾ ਆਪਣੇ ਹਨੀਪ੍ਰੀਤ ਕਿ ਮੈਂ ਵਿਆਹ ਕਰਾਉਂਗਾ ਤੁਹਾਡੇ ਨਾਲ। ਹਾਂਜੀ ਓਕੇ ਠੀਕ ਹੈ, ਵਿਆਹ ਕਰਾਊਗਾ। ਹਾਂ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਹਜੇ ਪਹਿਲੀ ਤੋਂ ਤਾਂ ਡਾਈਵੋਰਸ ਲਿਆ ਨਹੀਂ ਹੋਇਆ ਇਹਨੇ, ਬੱਚਾ ਉਹਦੇ ਹੈਗਾ ਵਾ। ਨਹੀਂ ਉਹ ਕਹਿੰਦੇ ਸੀ ਇਹਨਾਂ ਦੀ ਇੰਨੀ ਯੰਗ ਉਮਰ ਹੈ, ਚਲ ਵਿਆਹ ਕਰਾ ਵੀ ਲਿਆ, ਇਹ ਆਪ 18-19 ਸਾਲ ਦੇ ਹੋਣਗੇ ਇਹਨਾਂ ਦੀ ਆਵਾਜ਼ ਤੋਂ ਲੱਗਦਾ, ਹਨਾ? ਤੇ ਇਹਨਾਂ ਦਾ ਬੱਚਾ ਵੱਲ ਤਾਂ ਪੁੱਛੋ ਕਿੱਡਾ, ਤੇਰਾ ਮੈਂ 10-15 ਸਾਲ ਦਾ ਉਹਦਾ ਬੱਚਾ, 24-4-5 ਸਾਲ ਦਾ ਬੱਚਾ, ਤੇ ਇੰਨੀ ਉਮਰ ਦੇ ਵਿੱਚ ਪਹਿਲਾਂ ਆਪਣੇ ਸਟੈਪ ਸਾਨੂੰ ਸਮਝਣਗੇ, ਉਹਨੂੰ ਸਾਂਭਣਗੇ ਬੱਚੇ ਨੂੰ। ਇਹ ਪੜ੍ਹਨਾ ਆਏ ਨੇ ਕਿ ਬੱਚਾ ਸਾਂਭਣਗੇ ਉਹਦਾ? ਖੈਰ ਬੱਚਾ ਤਾਂ ਫਾਦਰ ਕੋਲ ਨਹੀਂ, ਬੱਚਾ ਤਾਂ ਮਦਰ ਇਕੱਠੇ ਰਹਿੰਦੇ ਨੇ। ਮਦਰ ਕੋਲ ਵੀ ਹੋ ਗਿਆ, ਮਤਲਬ ਕਿ ਇੰਨੀ ਕੀ ਲੋੜ ਪੈ ਗਈ ਇਹਨਾਂ ਨੂੰ ਯੰਗ ਹੈਗੇ ਨੇ, ਡਾਈਵੋਰਸ ਹੀ ਨਾ ਵੱਡੇ ਨਾ, ਉਹ ਛੱਡੇ ਹੋਏ ਬੰਦੇ ਨਾਲ ਰਹਿਣ ਦੀ, ਜਿਹੜਾ ਕੁੱਟ ਕਟਾਪਾ ਕਰਦਾ, ਕਹਾਣੀਆਂ ਲੜਦਾ ਰੋਜ਼, ਇਹ ਜੇ ਖਰਾਬਨ, ਇਹਨਾਂ ਨੂੰ ਕੀ ਲੋੜ ਪੈ ਗਈ? ਯੰਗ ਮੁੰਡਾ ਲੱਭਣ ਵਧੀਆ। ਹਨੀ ਤੁਸੀਂ ਗਲਤ ਕੰਮ ਕੀਤਾ, ਤੁਹਾਨੂੰ ਇਹਦਾ ਕਰਨਾ ਨਹੀਂ ਚਾਹੀਦਾ, ਉਹਨਾਂ ਪਿਆਰ ਨਹੀਂ ਸੀ ਕਰਨਾ ਚਾਹੀਦਾ ਤੁਹਾਨੂੰ, ਤੁਸੀਂ ਜਿਹੜਾ ਕੀਤਾ। ਆਮ ਸੌਰੀ, ਆਈ ਕਾਂਟ ਇੰਟਰਵੀਨ ਕਿਸੇ ਦੇ ਪਿਆਰ ਵਿੱਚ, ਬਟ ਮੈਨੂੰ ਪਿਆਰ ਬਾਕੀ ਸਭ ਪਿਆਰ ਆਏ, ਪਿਆਰ ਕੋਈ ਲੈਵਲ ਹੋਣਾ ਚਾਹੀਦਾ ਨਾ, ਇੱਕੋ ਜਿਹਾ ਹੋਵੇ, ਕੋਈ ਖਾਣ ਦੇ ਪੜ੍ਹੇ ਲਿਖੇ ਆਪਣੇ ਕਲਾਸਮੇਟ ਨਾਲ ਹੋ ਗਿਆ, ਇਹ ਕੋਈ ਪਿਆਰ ਹੈ? ਬੰਦਾ ਬੱਚੇ ਦਾ ਬਾਪ ਹੈ, ਉਹਦੇ ਨਾਲ ਪਿਆਰ ਹੋ ਗਿਆ। ਮਿਹਰਬਾਨੀ, ਹਾਂਜੀ ਥੈਂਕ ਯੂ ਸੋ ਮਚ। ਅਗਲੀ ਕਾਲ ਪਲੀਜ਼। ਹਾਂਜੀ ਅਗਲੀ ਕਾਲ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਬੜਾ ਸੈਡ ਪਾਰਟ ਹੈ ਜੋ ਹੋ ਰਿਹਾ ਇੱਥੇ। ਹਾਂਜੀ ਹਾਂਜੀ, ਨਹੀਂ ਉਹ ਪਹਿਲੇ ਜਿਹੜੇ 2-3 ਕਾਲਰ ਆਏ, ਮੈਂ ਉਹਨਾਂ ਨਾਲ ਬਿਲਕੁਲ ਐਗਰੀ, ਸਹਿਮਤ ਹਾਂ ਜੀ। ਇਹ ਜੋ ਕੁਛ ਕੁੜੀ ਕਹਿ ਰਹੀ ਹੈ ਇਹ ਬਿਲਕੁਲ ਗਲਤ ਕਹਿ ਰਹੀ ਹੈ ਜੀ। ਨੋ, ਏਦਾਂ ਨਹੀਂ ਹੋਇਆ ਹੈਗਾ ਮੈਨੂੰ ਲੱਗਦਾ, ਕਿਉਂਕਿ ਇਹਨੇ ਮੈਨੂੰ ਲੱਗਦਾ ਵੀ ਇਹਨੇ ਉਹਨਾਂ ਨੂੰ ਮਿਸਯੂਜ਼ ਕੀਤਾ, ਵੀ ਇਹਨੂੰ ਲੋੜ ਸੀ ਤਾਂ ਇਹ ਸਾਰਾ ਕੁਝ ਕੀਤਾ, ਹੁਣ ਉਹਨੇ ਲੋੜ ਨਹੀਂ, ਹੁਣ ਇਹ ਦੋਸ਼ ਲਗਾ ਰਹੀ ਆ। ਨਹੀਂ ਪਰ ਇਹ ਕਹਿੰਦੀ ਮੈਂ ਤਾਂ ਹੁਣ ਬੱਚੇ ਦੀ ਮਾਂ ਆ, ਇਹ ਲੜਕੀ ਕਹਿ ਰਹੀ ਹੈ। ਇਹ ਨਹੀਂ, ਇਹਨੂੰ ਪਤਾ ਸੀ ਹਸਬੈਂਡ ਵਾਈਫ ਇਕੱਠੇ ਰਹਿੰਦੇ, ਉਹਨਾਂ ਦਾ ਬੇਬੀ ਆ, ਇਹਨੇ ਸਮਝ ਕੇ ਇਹਨਾਂ ਉਹਨਾਂ ਦਾ ਘਰ ਖਰਾਬ ਕੀਤਾ। ਅੱਛਾ ਜੀ, ਮਿਹਰਬਾਨੀ। ਅਗਲੀ ਕਾਲ ਪਲੀਜ਼। ਹੈਲੋ। ਹਾਂਜੀ ਟੋਰਾਂਟੋ ਕਾਲ, ਨੈਕਸਟ ਕਾਲ ਪਲੀਜ਼। ਹੈਲੋ। ਹੈਲੋ ਬਸੀ ਸਾਹਿਬ। ਹਾਂਜੀ ਕਿਆ ਐਕਸ਼ਨ ਲਓ, ਹਾਂਜੀ ਬੋਲੋ। ਹਾਂਜੀ ਬਸੀ ਸਾਹਿਬ, ਬਾਕੀ ਸਾਰੇ ਵੈਸੇ ਪਹਿਲੇ ਕਾਲਰ ਸਾਰਾ ਕੁਝ ਕਹਿ ਹੀ ਗਏ ਨੇ, ਸਮਰਾਈਜ਼ ਉਹਨਾਂ ਨੇ ਬਹੁਤ ਵਧੀਆ ਕਰ ਦਿੱਤਾ। ਐਟ ਦਾ ਐਂਡ ਆਫ ਦਾ ਡੇ ਦੇਖੋ, ਮੀ ਟੂ ਮੂਵਮੈਂਟ ਆਪਣੇ ਤੇ ਹਾਲੀਵੁੱਡ 'ਚ ਕਿੰਨੀ ਚੱਲੀ ਹੈਗੀ ਆ, ਆਪਣੇ ਬਾਲੀਵੁੱਡ 'ਚ ਕਿੰਨੀ ਚੱਲੀ ਹੈ, ਰਾਈਟ? ਉਹ ਠੀਕ ਆ, ਸਾਨੂੰ ਔਰਤਾਂ ਨਾਲ ਖੜਾ ਹੋਣਾ ਚਾਹੀਦਾ ਆ, ਹਨਾ? ਬਟ ਸਿਰਫ ਇੱਕ ਐਲੀਗੇਸ਼ਨ ਲਾ ਦੇਣਾ ਹੀ ਡਜ਼ ਨਾਟ ਮੀਨ ਕਿ ਕਿਸੇ ਦਾ ਸ਼ੋਅ ਕੈਂਸਲ ਹੋ ਜਾਏ, ਕੋਈ ਨੌਕਰੀ ਤੋਂ ਨਿਕਲ ਜਾਵੇ, ਹਨਾ? ਇੱਕ ਕੋਰਟ ਬਣਿਆ ਹੋਇਆ ਹੈਗਾ, ਲਾਅ ਆਫ ਆਰਡਰ ਹੋਣਾ ਚਾਹੀਦਾ ਆ। ਜਸਟ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਤੇ ਆ ਕੇ ਅਕਿਊਜ਼ ਕਰਨਾ ਕਿਸੇ ਬੰਦੇ ਨੂੰ। ਹੁਣ ਮੈਂ ਇੱਕ ਕੁਐਸਚਨ ਪੁੱਛ ਸਕਦਾ ਲੇਡੀ ਨੂੰ, ਵਿਦ ਯੂਰ ਪਰਮਿਸ਼ਨ? ਜਸਟ ਅ ਵੈਰੀ ਵੈਰੀ ਸਿੰਪਲ ਵਨ। ਨੋ ਯੂ ਹੈਵ ਰਾਈਟ, ਦਸ ਸ਼ੀ ਇਜ਼ ਔਨ ਦੀ ਲਾਈਨ। ਯਾ, ਸੋ ਤੁਹਾਡਾ ਕੋਈ ਰਿਟਨ ਐਗਰੀਮੈਂਟ ਜਾਂ ਕੋਈ ਪ੍ਰੂਫ ਹੈਗਾ ਕਿ ਉਹਨੇ ਏਦਾਂ ਪ੍ਰੋਮਿਸ ਕੀਤਾ ਸੀਗਾ ਤੁਹਾਡੇ ਨਾਲ ਸ਼ਾਦੀ ਨਾਲ? ਕੀ ਪਤਾ ਤੁਸੀਂ ਐਵੇਂ ਗੱਲਾਂ ਮਾਰ ਰਹੇ ਹੋ। ਮੇਬੀ ਲਾਈਕ ਅੱਜ ਮੇਰਾ ਰਿਲੇਸ਼ਨਸ਼ਿਪ ਚੱਲਦਾ ਆ ਕਿਸੇ ਨਾਲ, 5 months ਡਾਊਨ ਦਾ ਲਾਈਨ ਦਾ ਰਿਲੇਸ਼ਨਸ਼ਿਪ ਕੁਡ ਗੋ ਬੈਡ, ਰਾਈਟ? ਹੋ ਸਕਦਾ ਮੰਨਦੇ ਤੁਹਾਡੇ ਨਾਲ ਰਿਲੇਸ਼ਨਸ਼ਿਪ ਸੀਗਾ ਉਹਦਾ, ਬਟ ਵਾਟ ਇਜ਼ ਦਾ ਕੰਟਰੈਕਚੁਅਲ ਪ੍ਰੂਫ that you had that he promised ਕਿ ਲਾਈਕ he will marry you?
ਜਦੋਂ ਕੋਈ ਪਿਆਰ ਕਰਦਾ ਮੇਰੇ ਕੋਲ ਲਿਖੇ ਨੂੰ ਲੈਂਦਾ ਕਿ ਤੂੰ ਮੈਨੂੰ ਵਿਆਹ ਕਰੂੰਗਾ ਤੁਸੀਂ ਲਿਖ ਕੇ ਦੇ ਮੈਨੂੰ। ਨਹੀਂ ਤਾਂ ਮੈਂ ਉਹੀ ਤਾਂ ਪੁੱਛ ਰਿਹਾ, ਮੈਂ ਤਾਂ ਆਈ ਐਮ ਜਸਟ ਬੀਇੰਗ ਸਰਕਾਸਟਿਕ ਇਨ देयर, ਕਿਉਂਕਿ ਹੋ ਸਕਦਾ ਚਲੋ ਠੀਕ ਹੈ ਰਿਲੇਸ਼ਨਸ਼ਿਪ ਸੀਗਾ ਤੇ ਉਹ ਰਿਲੇਸ਼ਨਸ਼ਿਪ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਵੀ ਵਿਆਹ ਕਰ ਲੈਣਾ ਹੈਗਾ। ਨਾਲੇ ਤੁਹਾਨੂੰ ਦਿਖ ਰਿਹਾ ਹੈ ਕਿ ਦੂਜਾ ਆਪੋਜ਼ਿਟ ਬੰਦਾ ਇਜ਼ ਮੈਰਿਡ, ਹੀ ਮੇ ਹੀ ਆਲਰੇਡੀ ਹੈਜ਼ ਅ ਕਿਡ ਇਨ देयर। ਤੁਸੀਂ ਤਾਂ ਇਹ ਹੁਣ ਕਰੇ ਕੀ ਕੁੜੀ ਦੱਸੋ ਪਹਿਲਾਂ। ਕੁੜੀ ਤਾਂ ਹੁਣ ਮੈਂ ਇਹ ਸਰਕਾਸਟਿਕਲੀ ਨਾ ਲਈਓ, ਲੇਕਿਨ ਜੋ ਹੁਣ ਕੁੜੀ ਕਰੇ ਕਿ ਹੁਣ ਜਿਹੜਾ ਬੱਚਾ ਹੈਗਾ ਆ ਹੋਪਫੁਲੀ ਦੇਖੋ ਹੁਣ ਉਹਦਾ ਕੁਝ ਰਿਜ਼ੋਲਵ ਹੋਵੇ, ਉਹ ਤਾਂ ਇੱਕ ਸਿਟੀਜ਼ਨ ਹੋ ਗਿਆ ਬੱਚਾ, ਹੁਣ ਜੋ ਲੀਗਲ ਕੋਰਸ ਬੰਦਾ ਹੈਗਾ ਹੁਣ ਕਰੇ। ਉਹ ਜੋ ਮੁੰਡਾ ਹੈਗਾ ਆ ਉਹਨੇ ਜੇ ਗਲਤ ਕੰਮ ਕੀਤਾ ਉਹਦਾ ਹੈਗਾ DNA ਟੈਸਟ ਹੋਏਗਾ, ਉਹ ਦੇਗਾ ਫਿਰ ਉਹਦਾ ਜੋ ਬਣੇਗਾ। ਨਹੀਂ ਬੱਚਾ ਹਲੇ ਹੋਇਆ ਨਹੀਂ ਯਾਰ, ਪ੍ਰੈਗਨੈਂਟ ਨਹੀਂ ਹਲੇ, ਸਮਝ ਰਹੇ ਤੁਸੀਂ। ਪ੍ਰੈਗਨੈਂਟ ਹੈਗਾ ਬਟ ਆਈ ਮੀਨ ਸ਼ੀ ਹੈਜ਼ ਅ ਰਾਈਟ ਟੂ ਆਈ ਮੀਨ ਮੈਂ ਉਸ ਹੁਣ ਲੀਗੈਲਿਟੀਜ਼ ਤੇ ਉਸ terms नहीं use करना चाहता। she has an option of like not delivering the baby, but if she delivers the baby then फिर वो legal course जो भी बच्चे का बनेगा वो बंदा ने देना पड़ेगा, right? अगली कॉल प्लीज, नेक्स्ट कॉल। हेलो हाँ जी कॉलर गो अहेड। हाँ जी बासी साहब जी ਸਾਹਿਬ ਆਏ ਆ ਵੀ ਤਾੜੀ ਤਾਂ ਦੋਨਾਂ ਹੱਥਾਂ ਨਾਲ ਵੱਜਦੀ ਆ। ਇਹ ਸੋਚ ਲੈਣਾ ਚਾਹੀਦਾ ਸੀ ਵੀ ਜਦੋਂ ਉਹ ਆਪਦੀ ਘਰ ਵਾਲੀ ਨੂੰ ਕਹੀ ਜਾਂਦਾ ਵੀ ਮੈਂ ਤਾਂ ਇਹਨੂੰ ਤਲਾਕ ਦੇਣਾ ਫਿਰ ਤੇਰਾ ਕਿੱਥੋਂ ਹੋ ਜੂ ਉਹ, ਹਨਾ। ਕੁੜੀ ਵਿਚਾਰੀ ਛੋਟੀ ਉਮਰ ਦੇ ਵਿੱਚ ਫਸ ਗਈ ਹੈ, ਮੈਨੂੰ ਲੱਗਦਾ ਕਿ ਗਲਤ ਕੰਮਾਂ ਦੇ ਵਿੱਚ, ਔਰ ਇਹਨੂੰ ਛੱਡਣ ਲੱਗ ਪਿਆ। ਤੂੰ ਕਿਰਾਇਆ ਨਾ ਦੇਵੀਂ, ਔਰ ਕੁੜੀ ਆਪੇ ਦੱਸ ਸਭ ਕੁਝ, ਕਹਿੰਦੇ ਕਿਰਾਇਆ ਨਾ ਦੇਵੀਂ, ਮੇਰੀ ਫਾਈਨੈਂਸ਼ੀਅਲ ਹੈਲਪ ਵੀ ਕੀਤੀ ਆ ਸਮਥਿੰਗ। ਸਾਹਿਬ ਯਾਰ ਮੇਰੀ ਗੱਲ ਸੁਣੋ, ਕਿਰਾਇਆ ਕਿੰਨਾ ਕੁ ਹੋਊਗਾ ਜੀ? 400 500 ਡਾਲਰ ਆਪਾਂ ਹਜ਼ਾਰਾਂ ਡਾਲਰ ਲਾ ਕੇ ਲੱਖਾਂ ਰੁਪਏ। ਪਰ ਇਹਨਾਂ ਬੱਚਿਆਂ ਵਾਸਤੇ 400-500 ਡਾਲਰ ਵੀ ਮਹੀਨੇ ਦਾ ਅਫੋਰਡ ਕਰਨਾ। ਬਾਸੀ ਸਾਹਿਬ ਮੈਂ ਵੀ ਸਟੂਡੈਂਟ ਹੀ ਆਇਆ ਸੀਗਾ ਜੀ, ਮੈਂ ਵੀ, ਬਟ ਆਈ ਡੋਂਟ ਨੋ, ਮੈਂ ਤੁਹਾਡੇ ਸਾਹਮਣੇ ਆ, ਮੈਂ ਮੇਰਾ ਸਹਿਮਤ ਹੋਣਾ ਨਾ ਹੋਣਾ ਜ਼ਰੂਰੀ ਨਹੀਂ ਕਿ ਵਨ ਸਾਈਡ ਸਟੋਰੀ ਆ। ਬੰਦੇ ਨੂੰ ਵੀ ਦੂਸਰੇ ਨੂੰ ਵੀ ਲੈ ਕੇ ਆਓ ਰੇਡੂਏ ਤੇ। ਉਹ ਨਹੀਂ ਆਉਂਦਾ ਬਾਬਾ, ਨਹੀਂ ਆਉਂਦੇ, ਤੁਸੀਂ ਗੱਲ ਸੁਣੋ, ਲੈਟਸ ਬੀ ਟਰਾਈ। ਔਰ ਕੈਨ ਯੂ ਬਲੀਵ ਇਟ ਕਿ ਵਨ ਦੇਖੋ ਸੁਣੋ ਪਹਿਲਾਂ ਸੁਣੋ ਗੱਲ, ਇਹ ਵਨ ਸਾਈਡਡ ਸਟੋਰੀ ਆ। ਸਾਡਾ ਸਟੇਸ਼ਨ ਸਹਿਮਤ ਹੋਣਾ ਨਾ ਹੋਣਾ ਕੋਈ ਜ਼ਰੂਰੀ ਨਹੀਂ ਹੈ, ਇਹ ਵਨ ਸਾਈਡਡ ਸਟੋਰੀ ਹੀ ਕਵਰ ਹੋ ਰਹੀ ਹੈ। ਇਹਦੇ ਵਿੱਚ ਹੁਣ ਕਮਿਊਨਿਟੀ ਨੇ ਫੈਸਲਾ ਕਰਨਾ ਕਿ ਅਸੀਂ ਇਸ ਲੜਕੀ ਦੀ ਹੈਲਪ ਕਿਵੇਂ ਕਰਨੀ, ਤੈਨੂੰ ਐਡਵਾਈਸ ਕੀ ਕਰਨਾ, ਇਹ ਤੁਹਾਡੇ ਹੱਥ ਵਿੱਚ, ਮੇਰੇ ਹੱਥ ਵਿੱਚ ਕੁਝ ਨਹੀਂ ਹੈ। ਮੈਂ ਤਾਂ ਸਿਰਫ ਇਸ਼ੂ ਲੈ ਕੇ ਆਇਆ ਕਿ ਬ੍ਰੈਂਪਟਨ ਦੇ ਇਲਾਕੇ ਵਿੱਚ ਸਾਡੇ ਹੱਥ 'ਚ ਵੀ ਬਾਜੀ ਸਾਹਿਬ ਕੀ ਆਪਣੇ ਹੱਥ 'ਚ ਕੀ ਹੈ, ਤਾਂ ਹੁਣ ਜੱਜ ਦੇ ਹੱਥ 'ਚ ਹੋ ਜੇ ਕੋਈ ਹਾਂ, ਕਹਿੰਦੀ ਕਿ ਮੈਂ ਐਡਵਾਈਸ ਮੰਗਦੀ ਹਾਂ। ਅੱਛਾ ਅਗਲੀ ਕਾਲ ਪਲੀਜ਼। ਹੈਲੋ ਨੈਕਸਟ ਕਾਲ ਜਾ ਰਹੇ। ਹੈਲੋ ਹਾਂਜੀ ਬਾਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੁਸੀਂ ਐਡਵਾਈਸ ਦਿਓਗੇ? ਲੜਕੀ ਕਹਿੰਦੀ ਮੈਂ ਐਡਵਾਈਸ ਚਾਹੀਦੀ ਕਮਿਊਨਿਟੀ ਨੂੰ, ਕੀ ਕਰਾਂ ਮੈਂ? ਬਾਸੀ ਸਾਹਿਬ ਹੁਣ ਐਡਵਾਈਸ ਕੀ ਦਈਏ, ਹੁਣ ਤਾਂ ਟਾਈਮ ਲੰਘ ਗਿਆ। ਇਹ ਦੇਖੋ ਕੁੜੀ ਸਿਆਣੀ ਬਿਆਣੀ ਹੈਗੀ ਹੈ, ਇਹਨੂੰ ਪਤਾ ਨਹੀਂ ਵੀ ਵਿਆਹ ਤੋਂ ਪਹਿਲੇ ਨਹੀਂ ਹੋਣਾ ਨਾ। ਹੁਣ ਮੈਂ ਯੂਜ਼ ਨਹੀਂ ਕਰ ਸਕਦਾ ਵਰਡ। ਹਾਂਜੀ ਦੂਜੀ ਗੱਲ ਬਾਸੀ ਸਾਹਿਬ, ਮੈਂ ਆਪ ਬੇਸਮੈਂਟ ਦਿੱਤੀ ਸੀ ਆਪਣੀ ਨਾ, ਤੇ 2 ਕੁੜੀਆਂ ਆਈਆਂ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਨਾ ਕੋਈ ਮੁੰਡਾ ਨਹੀਂ ਆਉਣਾ ਚਾਹੀਦਾ। ਬਾਸੀ ਸਾਹਿਬ ਯੂ ਆਰ ਸ਼ੌਕਡ, ਵੈਰੀ ਨੈਕਸਟ ਡੇ ਤੇ ਮੁੰਡਾ ਆ ਗਿਆ। ਚਲੋ ਮੈਂ ਪੁੱਛਿਆ ਤੇ ਕਹਿੰਦੇ ਵੀ ਸਾਡਾ ਬ੍ਰਦਰ ਹੈ, ਕਜ਼ਨ ਬ੍ਰਦਰ ਨਾ। ਚਲੋ ਹੋਇਆ, ਪਰ ਕਹਿਣ ਦਾ ਮਤਲਬ ਇਹ ਕਿ ਇਹਨੂੰ ਪਤਾ ਵੀ ਬੰਦਾ ਵਿਆਹਿਆ ਉਹਦੇ ਬੱਚੇ ਨੇ, ਹਨਾ। ਤੇ ਮੈਨੂੰ ਤਾਂ ਲੱਗਦਾ ਵੀ ਇਹਦੀ ਕੁੜੀ ਦੀ ਉਹ ਗਲਤੀ ਹੈ। ਪਰ ਹਨੀਪ੍ਰੀਤ ਤੂੰ ਇੱਕ ਮੈਰਿਡ ਬੰਦੇ ਨਾਲ ਰਿਲੇਸ਼ਨ ਕਿਉਂ ਬਣਾਏ, ਫਿਰ ਤੁਸੀਂ ਪ੍ਰੈਗਨੈਂਟ ਹੋ ਗਏ ਹੋ? ਵਾਈ ਯੂ ਡੂ ਦਿਸ? ਓ ਮਾਈ ਗॉड। ਮੇਰੀ ਪੂਰੀ ਲਾਈਫ ਕੰਟਰੋਲ ਕਰ ਲਈ ਸੀਗੀ, ਹੁਣ ਉਸ ਟਾਈਮ ਦੱਸੋ ਮੈਂ ਕੀ ਕਰਦੀ ਜਦੋਂ ਤੁਹਾਡਾ ਕੋਈ ਬੰਦਾ ਤੁਹਾਡੀ ਪੂਰੀ ਲਾਈਫ ਕੰਟਰੋਲ। ਪਰ ਤੁਸੀਂ ਵਿਆਹ ਤੋਂ ਪਹਿਲਾਂ ਬੱਚਾ ਕਿਉਂ ਲਿਆ? ਬਾਸੀ ਸਾਹਿਬ ਇਹ ਪੱਕੇ ਹੋਣ ਕਰਕੇ ਬੱਚਾ ਲਿਆ। ਇਹ ਕੁੜੀ ਨੇ ਪੂਰੀ, ਮੈਨੂੰ ਲੱਗਦਾ ਇਹਨਾਂ ਨੇ ਪੂਰੀ ਇਨਕੁਆਇਰੀ ਕੀਤੀ ਹੈ, ਪੂਰਾ ਪਤਾ ਕੀਤਾ, ਨਹੀਂ ਤਾਂ ਇਹਨੂੰ ਪਤਾ ਨਹੀਂ ਬਈ ਇਹ ਕੰਮ ਨਹੀਂ ਕਰਨਾ। ਹਨੀਪ੍ਰੀਤ ਤੁਸੀਂ ਬੇਬੀ ਕਿਉਂ ਲਿਆ ਪਹਿਲਾਂ, ਬੱਚੇ ਹੋਣ ਤੋਂ ਪਹਿਲਾਂ ਤੁਸੀਂ? ਸਰ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਬੇਬੀ PR ਲੈਣ ਲਈ ਨਹੀਂ ਲਿਆ ਜਾਂਦਾ। ਜੇ ਇਦਾਂ ਹੀ ਹੁੰਦਾ ਸਟੂਡੈਂਟਸ ਆਪ ਵੀ PR ਲੈ ਸਕਦੇ, ਇੰਨੇ ਜੋਗੇ ਹੈਗੇ ਆ ਸਾਰੇ। ਅਗਲੀ ਕਾਲ ਪਲੀਜ਼। ਹਾਂਜੀ ਇਹ ਐਲੀਗੇਸ਼ਨ ਨਹੀਂ ਲਾ ਸਕਦੇ ਕਿ ਹਾਂ ਤੁਸੀਂ PR ਲਈ ਬੇਬੀ ਲਿਆ। ਅੱਛਾ ਅਗਲੀ ਕਾਲ ਪਲੀਜ਼। ਹਾਂਜੀ ਨੈਕਸਟ ਕਾਲ। ਹੈਲੋ ਹਾਂਜੀ ਬੋਲੋ ਜੀ। ਹਾਂਜੀ ਹਨੀ ਤੁਸੀਂ ਪਹਿਲਾਂ ਦੱਸੋ ਤੁਹਾਡੀ ਪ੍ਰੈਗਨੈਂਸੀ ਕਿੰਨੀ ਦੇਰ ਦੀ ਹੈਗੀ ਇਸ ਵਕਤ? It's about 1 month. Like ਮੈਂ ਉਹਨੂੰ ਦੱਸਿਆ ਕਿ 1 month ਇਹ ਲੀਗਲ ਕਲੀਨਿਕ ਇੱਥੇ ਪਹਿਲੀ ਗੱਲ ਤਾਂ ਤੁਸੀਂ ਆਪਣਾ ਸੋਚੋ। ਬਟ ਵੀ ਕੈਨ ਗਿਵ ਐਡਵਾਈਸ ਟੂ ਰੇਡੀਓ ਰਾਹੀਂ ਕਿਸੇ ਨੂੰ ਕਿ ਕੀ ਕਰੋ ਨਾ ਕਰੋ ਪਲੀਜ਼। ਉਸ ਬੰਦੇ ਤੁਸੀਂ ਐਡਵਾਈਸ ਪੁੱਛੀ ਬਾਸੀ ਸਾਹਿਬ ਐਡਵਾਈਸ। ਆਈ ਨੋ ਬਟ ਯੂ ਕੈਨ ਟੈਲ ਪੀਪਲਸ ਨੂੰ ਕਿ ਤੁਸੀਂ ਇਹਨੂੰ ਪ੍ਰੈਗਨੈਂਸੀ ਨੂੰ ਕੀ ਕਰੋ ਨਾ ਕਰੋ ਪਲੀਜ਼। ਤੁਸੀਂ ਉਸ ਬੰਦੇ ਆਮ ਨਾਟ ਐਗਰੀ ਵਿਦ ਦੈਟ ਕਿ ਸਕਾਲਰਸ ਨਾਲ ਸਟੇਸ਼ਨ ਸਹਿਮਤ ਨਾ ਹੋਣਾ ਜ਼ਰੂਰੀ ਨਹੀਂ ਹੈ। BBC ਟ੍ਰਾਈ ਟੂ ਗੋ ਦਾ ਪੰਜਾਬ ਐਂਡ 1610 ਔਰ ਕੋਈ ਪ੍ਰੈਗਨੈਂਸੀ ਰੱਖੇ ਜਾਂ ਨਾ ਰੱਖੇ ਪਲੀਜ਼ ਆਈ ਨੋ ਨੋਟ ਪਾਰਟ ਆਫ ਦੈਟ। ਆਈ ਐਮ ਸਿਕ ਐਂਡ ਟਾਇਰਡ ਗॉड। ਅੱਛਾ ਇਸ ਤਰ੍ਹਾਂ ਦੇਖੋ ਤੁਸੀਂ ਉਹ ਇਸ ਟਾਈਮ ਜਿਹੜਾ ਵਿਕਟਿਮ ਹੈ ਇਸ ਕੇਸ ਦੇ ਵਿੱਚ ਜੀ, ਇਹ ਵਿਕਟਿਮ ਉਹਦੀ ਵਾਈਫ
ਨਾ ਤਾਂ ਹਣੀ ਤੁਸੀਂ ਵਿਕਟਮ ਹੋ, ਨਾ ਉਹ ਬੰਦਾ ਵਿਕਟਮ ਹੈ, ਕਿਉਂਕਿ ਤੁਸੀਂ ਦੋਨਾਂ ਨੇ ਆਪਣੀ ਤੁਸੀਂ ਸੱਚ ਬੋਲਿਆ ਟੀਵੀ ਤੇ, ਰੇਡੀਓ ਤੇ ਤੁਸੀਂ ਬਿਲਕੁਲ ਠੀਕ, ਤੁਹਾਡੇ ਰਿਲੇਸ਼ਨ ਬਣ ਜਾਂਦੇ ਰਿਲੇਸ਼ਨ, ਤੁਹਾਡੇ ਬਿਗ ਡੀਲ, ਆਮ ਗੱਲ ਏਦਾਂ ਹੋ ਜਾਂਦੀ ਹੈ। ਹੁਣ ਐਡਵਾਈਸ ਇਹ ਹੈ, ਜੇ ਤੁਸੀਂ ਆਪਣਾ ਬੱਚਾ ਰੱਖਣਾ, ਉਹ ਬੱਚਾ ਆਪਣਾ ਬੋਰਨ ਕਰੋ, ਬੱਚਾ ਜਿਹੜਾ ਹੋ ਜਾਂਦਾ, ਇਹਨੂੰ ਕੋਰਟ ਚ ਜੋ ਖਰਚਾ ਬੱਚੇ ਦੇਣਾ ਇਹਦੇ ਫਾਰਮ ਨੂੰ ਦੇਣਾ ਪਏਗਾ, ਕੋਈ ਡਿਨਾਈ ਨਹੀਂ ਕਰ ਸਕਦਾ ਕਿਸੇ ਹਾਲ ਵਿੱਚ। ਓਕੇ, ਮਿਹਰਬਾਨੀ। ਨੈਕਸਟ ਕਾਲ ਪਲੀਜ਼। ਬਾਕੀ ਤੁਸੀਂ ਕਿ ਚਾਰਜ ਨਹੀਂ ਕਰਵਾ ਸਕਦੇ ਕਿਸੇ ਨੂੰ। ਹਾਂ, ਸ਼ੀ ਕੈਨ ਚਾਰਜ। ਉਹਦੀ ਵਾਈਫ ਚਾਹੇ ਤਾਂ ਉਹ ਤੁਹਾਨੂੰ ਚਾਰਜ ਕਰਵਾ ਸਕਦੀ ਹੈ, there is a law। ਨਹੀਂ, ਇਹ ਵੀ ਚਾਰਜ ਨਹੀਂ ਕਰ ਸਕਦੇ, ਇਹ ਨਹੀਂ ਚਾਰਜ ਕਰਵਾ ਸਕਦੇ ਕਿਸੇ ਕੋਈ ਕੰਡੀਸ਼ਨ ਨਹੀਂ, ਕਿਹਨਾਂ ਦਾ ਕੋਈ ਕਾਨੂੰਨ। ਠੀਕ ਹੈ ਜੀ, ਓਕੇ ਜੀ। ਨੈਕਸਟ ਕਾਲ ਪਲੀਜ਼। ਹੈਲੋ, ਆਈ ਐਮ ਨਾਟ ਅ ਲੀਗਲ ਐਡਵਾਈਜ਼ਰ ਬਾਈ ਦੀ ਵੇ। ਹੈਲੋ, ਹਾਂਜੀ। ਅੱਛਾ ਜੀ, ਕੀ ਕਹਿਣਾ ਚਾਹੁੰਦੇ? ਮੇਰੇ ਪਾਸ ਸਿਰਫ 2 ਮਿੰਟ ਦਾ ਸਮਾਂ ਸੀ, ਕੁਇਕ ਐਕਸ਼ਨ ਲੈਣਾ। ਬੋਲੋ। ਹਾਂਜੀ, ਕੀ ਹਾਲ ਚਾਲ ਹੈ ਜੀ? ਹਾਂਜੀ, ਬੋਲੀਏ ਜੀ, ਬੋਲੀਏ। ਮੈਂ ਸੀਗਾ ਜਿਹੜੇ ਭਾਜੀ ਪਿੱਛੇ ਗੱਲ ਕਰਕੇ ਗਏ, ਬਿਲਕੁਲ ਸਹੀ ਕਹਿ ਕੇ ਗਏ ਆ ਕਿ ਬਾਕੀ ਅਸੀਂ ਹਨੀਪ੍ਰੀਤ ਜਾਂ ਜਿਹੜੀ ਵੀ ਇਹ ਕੁੜੀ ਹੈ ਤੇ ਉਹ ਬੰਦਾ ਜਿਹੜਾ, ਇਹ ਦੋਨੋਂ ਹੀ ਗਲਤ ਨੇ ਆਪਣੇ ਆਪਣੇ ਥਾਂ ਤੇ। ਜਿਹੜਾ ਵਿਕਟਮ ਹੈਗਾ ਉਹ ਤੇ ਉਹ ਬੱਚਾ ਹੈ ਜਿਹੜਾ ਪਹਿਲੇ ਉਸ ਬੰਦੇ ਦਾ ਹੈਗਾ ਤੇ ਉਹ ਜਨਾਨੀ ਹੈ। ਜਦ ਇਹਨੂੰ ਪਤਾ ਸੀਗਾ ਕਿ ਉਹ ਬੰਦਾ ਸ਼ਾਦੀशुदा ਹੈ, ਚਲੋ ਇਹਨੂੰ ਨਾ ਪਿਆਰ ਵੀ ਹੋ ਗਿਆ, ਫਿਰ ਉਹਨੂੰ ਕਵੇ ਕਿ ਹਾਂ ਵੀ ਡਿਵੋਰਸ ਲੈ ਪਹਿਲੇ ਤੇ ਫਿਰ ਮੇਰੇ ਕੋਲ ਆਈ। ਉਹ ਜਿੱਦਾਂ ਪੰਜਾਬੀ ਜੀ ਕਹਿੰਦੇ ਆ ਕਿ ਹਾਂ ਵੀ ਜਦ ਇਹਨੂੰ ਸਾਰਾ ਕੁਝ ਪਤਾ ਸੀ ਤੇ ਉੱਥੇ ਅੰਬ ਲੈਣ ਗਈ ਸੀ। Oh, please don't say that. Come on, baby. ਨਹੀਂ, ਤੁਸੀਂ ਦੇਖੋ ਨਾ ਕਿ But don't say this way. ਕਿਸੇ ਲੜਕੀ ਨੂੰ ਇਸ ਤਰ੍ਹਾਂ ਨਹੀਂ ਕਹਿਦਾ ਹੁੰਦਾ। Excuse me, please. I have disconnected your line. Watch the language, sir. I have to cut your line because. First, mind your language, please. Yeah, don't say ambu vagara. Don't bring here mangoes. This is not right. Okay, next call, please. Hello. ਹਾਂਜੀ, ਬੋਲੋ ਜੀ। ਸਿੱਧੂ ਸਾਹਿਬ। ਹਾਂਜੀ, ਬੋਲੋ ਜੀ, ਬੋਲੋ। ਸਿੱਧੂ ਮੈਂ ਹਰਪਾਲ ਬੋਲਦਾ ਸੀ। ਹਾਂਜੀ, ਹਰਪਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਇਹ ਲੜਕੀ ਸੀ ਕਿ ਘੱਟ ਏਜ ਦੀ, ਉਹ ਜ਼ਿਆਦਾ ਏਜ ਦਾ ਸੀ। ਉਹ ਜ਼ਿਆਦਾ ਏਜ ਕਰਕੇ ਰੀਅਲ ਸਟੇਟ ਸੀ, ਬਿਜ਼ਨਸ ਉਹ ਕਰਦਾ ਸੀ ਕਾਰੋਬਾਰ, ਉਹਨੂੰ ਸੋਚਣਾ ਚਾਹੀਦਾ ਸੀ ਕਿਉਂਕਿ ਉਹ ਏਜ ਫੈਕਟ ਸੀ, ਉਹਦੇ ਵੱਡੀ ਏਜ ਸੀ। ਉਹਨੂੰ ਨਹੀਂ, ਉਹਨੂੰ ਸੋਚਣਾ ਚਾਹੀਦਾ ਕਿ ਮਤਲਬ ਇੱਕ ਲੜਕੀ ਹੈ ਯਾਰ, ਤੂੰ ਉਹਨੂੰ ਪੈਸੇ ਕਹਿੰਦੇ ਨਾ ਦੇਵੀਂ, ਪੈਸੇ ਤੇ ਹੈਲਪ ਕੀਤੀ, ਛੱਡਣ ਜਾਂਦਾ, ਜਿਹਨੂੰ ਉਸ ਤੋਂ ਬਾਅਦ ਬੱਚੇ ਨੂੰ ਭਰਮਾ ਲਿਆ, ਹੁਣ ਕੀ ਕਰੇ? ਜਿਹਨੂੰ ਇਜ਼ ਲਾਈਕ ਮੈਨੂੰ ਦੁੱਖ ਹੈ ਇਸ ਚੀਜ਼ ਦਾ ਕਿ ਜੇ ਸਟੂਡੈਂਟ ਇੱਥੇ ਆਏ ਨੇ, ਇਹਨਾਂ ਨੂੰ ਸਾਰਿਆਂ ਨੂੰ ਇਹ ਗਲਤ ਨਹੀਂ ਕਹਿ ਸਕਦੇ, ਔਰ ਆਈ ਐਮ ਸੌਰੀ ਫॉर दैट, ਔਰ ਮੇਰੇ ਸਿੰਪਥੀਜ਼ ਬੱਚੇ ਨਾਲ। ਪਰ ਇਹ ਸਟੋਰੀ ਇਹਦੀ ਵਨ ਸਾਈਡਡ ਹੈ ਹਾਲੇ। ਆਈ ਡੋਂਟ ਨੋ ਕਿ ਇਹਦੇ ਵਿੱਚ ਸੱਚ ਕਿਸ ਹੱਦ ਤੱਕ ਹੈ, ਕੀ ਨਹੀਂ ਹੈ। ਆਈ ਹੈਵ ਨੋ ਐਨੀ ਆਈਡੀਆ। ਪਰ ਇਹ ਕਹਿੰਦੀ ਕਿ ਮੈਂ ਹੁਣ ਬੱਚੇ ਦੀ ਮਾਂ ਬਣਨ ਵਾਲੀ ਹਾਂ, ਔਰ ਉਹ ਹੁਣ ਕਹਿੰਦਾ ਚੱਲ ਜਾ। ਔਰ ਇਸ ਨੂੰ ਇਹ ਚਾਹੀਦਾ ਸੀ ਕਿ ਇਹਨਾਂ ਨੂੰ ਬੱਚਾ ਨਹੀਂ ਸੀ ਲੈਣਾ ਚਾਹੀਦਾ, ਕਿਉਂਕਿ ਛੋਟੀ ਏਜ ਦੇ ਵਿੱਚ ਦੇ ਡੋਂਟ ਨੋ ਪ੍ਰੈਗਨੈਂਸੀ ਬਾਰੇ, ਸ਼ਾਇਦ ਨਾ ਪਤਾ ਹੋਵੇ ਇਹਨਾਂ ਨੂੰ। ਆਈ ਡੋਂਟ ਨੋ। ਜਿੰਨੀ ਉਹ ਬੰਦਾ 30 ਸਾਲ ਦਾ ਹੈ ਨਾ, ਬਿਜ਼ਨਸ ਵਾਲਾ ਕਾਰੋਬਾਰ ਆ, ਉਹ ਕੀ ਹੈ ਆਪਦੇ ਕਲੈਂਡਰ ਨਾਲ ਇਹੀ ਬਿਹੇਵ ਕਰਿਆ ਕਰੂਗਾ, ਉਹਦੀ ਗਲਤੀ ਨਹੀਂ। ਇਹ ਮਤਲਬ ਕਿ ਹਰ ਨੂੰ ਪ੍ਰੈਗਨੈਂਟ ਕਰ ਦੋ? ਨਹੀਂ, ਹਰ ਨੂੰ ਨਹੀਂ। ਵੀ ਅੱਜ ਬਿਜ਼ਨਸ, ਅੱਜ ਉਹਦੇ ਬਿਜ਼ਨਸ ਤੇ ਵੀ ਕਿੰਨਾ ਅਸਰ ਪਊਗਾ। ਵਿਆਹ ਬੜਾ ਮੈਰਿਡ ਸੀ, 30 ਸਾਲ ਦੀ ਏਜ ਸੀ, ਉਹਨੂੰ ਰਿਲੇਸ਼ਨ ਬਣਾਉਣੇ ਨਹੀਂ ਚਾਹੀਦੇ ਸੀ। ਓਕੇ, ਮੇਰੇ ਨੈਕਸਟ ਕਾਲ ਸਿੱਧੂ ਸਾਹਿਬ, ਨੈਕਸਟ ਕਾਲ ਪਲੀਜ਼ ਅਟੈਂਡ ਕਰਕੇ। ਅਗਲੀ ਕਾਲ ਪਲੀਜ਼। ਹੈਲੋ। ਹੈਲੋ। ਹਾਂਜੀ, ਤੁਸੀਂ ਇੱਕ ਔਰਤ ਤੋਂ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਸੀ ਕੁੜੀ ਨੂੰ, I don't speak too much Punjabi, but I would suggest if that girl is pregnant, maybe she can look into abortion. Well, your advice, I'm not agree with that. Hanipreet, you listening this girl? ਜੀ ਹਾਂ, ਐਡਵਾਈਸ ਦਿਓ। ਤੁਹਾਡੇ ਨਾਲ ਐਡਵਾਈਸ ਦੇਣੀ ਚਾਹੁੰਦੇ ਤੁਸੀਂ, ਕੀ ਪੁੱਛੋ, ਕੀ ਕਹਿੰਦੇ ਨੇ ਤੁਹਾਨੂੰ? ਜੀ। ਸ਼ੀ ਸਪੀਕ ਇੰਗਲਿਸ਼ ਓਨਲੀ। ਗੋ ਹੈਡ ਪਲੀਜ਼, ਕਾਲਰ ਗੋ ਹੈਡ। ਹਾਂਜੀ, ਕਾਲਰ ਕੱਟ ਗਏ ਨੇ ਕਿ ਸ਼ੀ ਗੇਵ ਯੂ ਐਡਵਾਈਸ ਦੇ ਰਹੀ ਸੀ ਕੋਈ ਅਬੋਰਸ਼ਨ ਦੀ, ਬਟ ਇਹ ਲੋਕਾਂ ਦੀ ਐਡਵਾਈਸ ਹੈ, ਮੇਰੀ ਕੋਈ ਐਡਵਾਈਸ ਨਹੀਂ ਕਿਸੇ ਨੂੰ। ਅਬੋਰਸ਼ਨ ਕਰੋ ਜਾਂ ਨਾ ਕਰੋ, ਪ੍ਰੈਗਨੈਂਸੀ ਕਰੋ ਨਾ ਕਰੋ, ਦਿਸ ਇਜ਼ ਵੈਰੀ ਸੈਡ ਪਾਰਟ ਕੀ ਹੋ ਰਿਹਾ, ਔਰ ਇਹਨਾਂ ਬੱਚਿਆਂ ਨੂੰ ਸ਼ੋਸ਼ਣ ਕਰਨਾ ਠੀਕ ਨਹੀਂ ਹੈ ਇੱਥੇ। ਹਾਂਜੀ, ਕੋਈ ਬੱਚੇ ਪੜ੍ਹਨਾ। ਜਦੋਂ ਸਟੂਡੈਂਟਸ ਦਾ ਕੋਈ ਵੀ ਮਾਮਲਾ ਆਉਂਦਾ, ਦੈਨ ਇਹ ਕਹਿੰਦੇ ਕਿ ਸਟੂਡੈਂਟ ਸਾਰੇ ਇੱਥੇ ਇਦਾਂ ਹੀ ਲਾਈਕ ਲੜਾਈਆਂ ਕਰਨ ਆਏ ਆ। ਜਦੋਂ ਇਹਨਾਂ ਦੇ ਪੀਆਰਸ ਦਾ ਕੋਈ ਵੀ ਇਸ਼ੂ ਆ ਰਿਹਾ, ਦੈਨ ਇਹ ਸਭ ਦੇ ਸਿਰ ਬਲੇਮ ਲਾ ਰਹੇ ਕਿ ਪੀਆਰ ਲਈ ਕਰ ਰਹੇ ਆ। ਸਾਨੂੰ ਇੰਨੀ ਵੀ ਕੋਈ ਲੋੜ ਨਹੀਂ ਹੈ ਕਿ ਅਸੀਂ ਪੀਆਰ ਲਈ ਲਾਈਕ। ਠੀਕ ਹੈ ਜੀ, ਹਾਂਜੀ। ਅਗਲੀ ਕਾਲ। ਹਾਂਜੀ, ਕਾਲ ਤਜਿੰਦਰ, ਗੋ ਹੈਡ ਪਲੀਜ਼। ਹੈਲੋ। ਹਾਂਜੀ, ਬੋਲੋ ਜੀ, ਬੋਲੋ। ਹਾਂਜੀ ਵਾਸੀ ਸਾਹਿਬ। ਜੀ ਜੀ, ਕੈਰੀ ਔਨ, ਮੇਰੇ ਕੋਲ ਬਸ 30 ਸੈਕਿੰਡ ਤੁਹਾਡੇ ਲਈ, ਬੋਲੋ। ਦੇਖੋ ਜੀ, ਗਲਤੀ ਤਾਂ ਇਹ ਦੋਨੇ ਪਾਸੇ ਹੋਈ ਹੈ ਜੀ। ਹਾਂਜੀ, ਤੇ ਇਹਦਾ ਹੁਣ ਇਹੀ ਹੱਲ ਆ ਜੀ, ਸਜ਼ਾ ਵੀ ਦੋਨੇ ਪਾਸੇ ਭੁਗਤਣ, ਤੇ ਮੁੰਡਾ ਜੀ ਮੁਸਲਮਾਨ ਧਰਮ ਅਪਣਾ ਕੇ ਮੁਸਲਮਾਨ ਬਣ ਕੇ ਦੋਨੇ ਰੱਖ ਲਵੇ ਜੀ, ਹੁਣ ਇਹ ਵੀ ਬੇਬੀ ਲਵੇ। What are you talking about? ਹਾਂਜੀ, ਇਹੀ ਹੋ ਸਕਦਾ ਜੀ ਹੱਲ ਤਾਂ ਇਹਦਾ ਹੁਣ। ਨਹੀਂ, ਕੀ ਹੱਲ? ਕੀ ਮੁਸਲਮਾਨ ਕੀ? ਇਹ ਮਤਲਬ ਮੁਸਲਮਾਨ ਧਰਮ 'ਚ 2 ਵਿਆਹ ਆਪਾਂ ਕਰਵਾ ਸਕਦੇ ਹਾਂ ਜੀ, 2 ਜਨਾਨੀਆਂ ਰੱਖ ਸਕਦੇ ਹਾਂ, ਉਹੀ ਕਰ ਸਕਦਾ ਜੀ ਇਹ ਹੁਣ। ਐਂਡ ਨੈਕਸਟ ਕਾਲ ਪਲੀਜ਼। ਹਾਂਜੀ, ਅਗਲੀ ਕਾਲ ਪਲੀਜ਼। ਹਾਂਜੀ, ਅਗਲੀ ਕਾਲ। ਹੈਲੋ। ਸਤਿ ਸ਼੍ਰੀ ਅਕਾਲ ਭਾਜੀ। ਇਹ ਵੀ ਕਿਸੇ ਧੀ ਆ ਯਾਰ, ਤੁਸੀਂ ਜੇ ਹੁਣ ਹੋ ਗਏ ਕੋਈ ਚੀਜ਼ ਨਾ, ਹੱਲ ਕੋਈ ਲੱਭੋ, ਕਮਿਊਨਿਟੀ ਵਾਲੇ ਲੋਕ। ਹਾਂਜੀ, ਬੋਲੋ ਜੀ। ਮੈਨੂੰ ਬੜਾ ਦੁੱਖ ਹੋਇਆ ਲੋਕਾਂ ਦੀ ਇੰਨੇ ਇਨਸੈਂਸਿਟਿਵ ਕਮੈਂਟਸ ਆ, ਹੈਨਾ ਜੀ। ਲਾਈਕ ਤੁਸੀਂ ਭੁੱਲ ਜਾਓ ਸਾਰੇ ਸਟੂਡੈਂਟ ਆ, ਕਿਹੜਾ ਦੇਸ਼ ਆ, ਹੈਨਾ। ਇੱਕ ਕੁੜੀ ਦੀ ਰਿਸਪੈਕਟ ਕਰਨਾ ਤਾਂ ਸਿੱਖ ਲਓ। ਨਹੀਂ, ਮੈਂ ਤਾਂ ਐਗਰੀ ਕਰਦਾ ਤੁਹਾਡੇ ਨਾਲ ਹਜ਼ੂਰ, ਮੈਂ ਤਾਂ ਕੁਝ ਕਿਹਾ ਨਹੀਂ ਜੀ, ਤੁਹਾਨੂੰ ਨਹੀਂ ਕਹਿ ਰਿਹਾ, ਹੈਨਾ। ਤੁਸੀਂ ਵਧੀਆ ਕੰਮ ਕੀਤਾ, ਸਟੋਰੀ ਅੱਗੇ ਲੈ ਕੇ। ਇੰਨੇ ਇਨਸੈਂਸਿਟਿਵ ਕਮੈਂਟਸ, ਕੀ ਸੋਚੋ ਜੇ ਕੱਲ ਨੂੰ ਤੁਹਾਡੀ ਧੀ ਹੋਵੇ ਤਾਂ, ਹੈਨਾ।
ਮਤਲਬ ਕਿਸੇ ਨਾਲ ਵੀ ਹੋ ਸਕਦਾ। ਮੈਂ ਤਾਂ ਇਹ ਸੁਜੈਸਟ ਕਰੂੰ ਕਿ ਰਾਦਰ ਦੈਨ ਤੁਸੀਂ ਲਾਈਕ ਇਹਨਾਂ ਲੋਕਾਂ ਦੇ ਕਮੈਂਟ ਨੂੰ ਸੁਣੋ, ਇਹਦੀ ਬਜਾਏ ਕਿਸੇ ਵਿਮਨ ਆਰਗੇਨਾਈਜੇਸ਼ਨ ਕੋਲ ਜਾਓ ਜਿਹੜੇ ਤੁਹਾਨੂੰ ਹੈਲਪ ਕਰ ਸਕੇ, ਬਿਕਾਜ਼ ਰਾਈਟ ਨਾਓ ਤੁਹਾਨੂੰ ਇੱਕ ਸਹੀ ਹੈਲਪ ਦੀ ਜ਼ਰੂਰਤ ਆ, ਨਾ ਕਿ ਉਹ ਲੋਕਾਂ ਦੀ ਜਿਹੜੇ ਜੱਜ ਕਰਨਗੇ ਤੁਸੀਂ ਸਹੀ ਹੋ ਜਾਂ ਗਲਤ ਹੋ। ਜੋ ਵੀ ਚੀਜ਼ ਹੋਈ ਆ ਉਹ ਸਹੀ ਹੈ ਗਲਤ ਕਰਨ ਲਈ ਬਹੁਤ ਟਾਈਮ ਸੌਟ ਆਊਟ ਕਰਨ ਲਈ। ਮਿਹਰਬਾਨੀ ਜੀ, ਥੈਂਕ ਯੂ। ਹਾਂਜੀ ਅਜਮੇਰ ਬੋਲੋ ਜੀ। ਹੈਲੋ, ਹਾਂਜੀ ਬਾਦਸ਼ਾਹ ਜੀ, ਮੈਂ ਰਣਜੀਤ ਬੋਲਦਾ। ਅੱਛਾ ਬੋਲੋ ਜੀ। ਹਾਂਜੀ, ਮੈਂ ਪੁੱਛਣਾ ਬੇਟੀ ਨੂੰ ਕਿੰਨਾ ਚਿਰ ਹੋਇਆ ਇੱਥੇ ਆਈ ਨੂੰ? 1.5 ਸਾਲ ਹੋਇਆ ਤੁਹਾਨੂੰ ਆਏ ਨੂੰ ਇੱਥੇ ਹਨੀਪ੍ਰੀਤ? ਹਾਂਜੀ ਹਾਂਜੀ, ਫਟਾਫਟ ਕੁਐਸਚਨ ਕਰੋ, ਟਾਈਮ ਤੋਂ ਥੋੜਾ ਵਾ। ਤੇ ਇਹ ਕਿਹੜੇ ਕਾਲਜ ਪੜ੍ਹਨ ਆਏ ਸੀਗੇ? ਮੈਂ ਪਿਛਲੇ ਸਾਲ 2018 ਚ ਆਈ ਸੀ ਇੱਥੇ। ਕਿਹੜੇ ਕਾਲਜ ਪੜ੍ਹਦੇ ਹੋਏ ਸੀਗੇ? ਹਾਂਜੀ ਚਲੋ ਇਹਨੇ ਵੀ ਮੇਰੇ ਖਿਆਲ ਕਿ ਆਪਾਂ ਨੂੰ ਕਾਲਜ ਨਹੀਂ ਪੁੱਛਣਾ ਚਾਹੀਦਾ ਕਿਉਂਕਿ ਅਸੀਂ ਤਾਂ ਗੱਲ ਵਾ ਫਿਰ ਕੁਐਸਚਨ ਪੁੱਛਣ ਲਈ। ਅੱਛਾ, ਤੁਹਾਡੀ ਸਟੱਡੀ ਖਤਮ ਹੋ ਗਈ? ਨਹੀਂ। ਹੁਣ ਕਿੰਨੇ ਸਮੈਸਟਰ ਤੋਂ ਡਨ ਹੋ ਗਏ ਨੇ? ਫਰੀडम ਮੋਬਾਈਲ ਨਾਲ ਜੁੜੀ ਜੀ ਲਾਈਨ ਕੱਟ ਕੇ। ਹਾਂਜੀ, ਲਾਈਨ ਕੱਟ ਹੋ ਗਈ ਸਾਡੇ ਕੋਲੋਂ। ਹਾਂਜੀ, ਫਰੀडम ਮੋਬਾਈਲ ਨਾਲ ਜੁੜਦੇ ਆਪਾਂ। ਹਾਂਜੀ, ਕਾਲਰਸ ਗੋ ਹੈਡ ਪਲੀਜ਼। ਹੈਲੋ, ਸਤਿ ਸ਼੍ਰੀ ਅਕਾਲ ਬਾਸੀ ਸਾਹਿਬ। ਜੀ ਬੋਲੋ ਬੋਲੋ। ਬਾਸੀ ਸਾਹਿਬ, ਮੈਂ ਕਈ ਦਿਨਾਂ ਤੋਂ ਤੁਹਾਡਾ ਇਹ ਸ਼ੋਅ ਸੁਣਨ ਡਿਆ। ਰਿਕੁਐਸਟ ਆ, ਇਹ ਸਟੂਡੈਂਟ ਔਰ ਜਿਹੜਾ ਇੱਥੋਂ ਦੇ ਪੱਕੇ ਆ ਸਿਟੀਜ਼ਨ, ਉਹਨਾਂ ਦੇ ਵਿੱਚ ਜਿਹੜਾ ਕੌਨਫਲਿਕਟ ਚੱਲਣ ਡਿਆ, ਮੇਰੀ ਰਿਕੁਐਸਟ ਆ ਸਾਰਿਆਂ ਨੂੰ ਹੱਥ ਜੋੜ ਕੇ, ਜੇ ਸਟੂਡੈਂਟ ਦੀ ਗਲਤੀ ਆ ਸਟੂਡੈਂਟ ਨਾਲ ਮੰਨਣ, ਜੇ ਇੱਥੋਂ ਦੇ PR ਲੋਕਾਂ ਦੀ ਗਲਤੀ ਆ, ਇਹ ਨਹੀਂ ਆ ਕਿ ਉਹ ਡਿਫੈਂਡ ਕਰਨ ਲੱਗ ਜਾਣ ਵੀ ਸਾਡਾ ਇੱਥੋਂ ਦਾ ਬੰਦਾ ਵਾ। ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵਾ ਕਿ ਜੇ ਕਿਸੇ ਬੰਦੇ ਦੀ ਗਲਤੀ ਆ, ਕਿਸੇ ਸਟੂਡੈਂਟ ਨਾਲ ਧੱਕਾ ਹੋਇਆ, ਤੇ ਉਹ ਸਟੂਡੈਂਟ ਦਾ ਥੋੜਾ ਸਾਥ ਦੇਣ, ਬਜਾਏ ਕਿ ਹਰ ਜਗ੍ਹਾ ਤੇ ਉਹਨਾਂ ਨੂੰ ਭੰਡਣ ਦੇ। ਮੈਂ ਤਾਂ ਹਰਸਿਮਰਨ, ਮੈਂ ਤਾਂ ਪੂਰਾ ਸਾਥ ਦੇ ਰਿਹਾ ਹਰਸਿਮਰਨ, ਯੂ ਅੰਡਰਸਟੈਂਡ ਕਿ ਮੈਂ ਭਾਜੀ ਤੁਹਾਡੀ ਗੱਲ ਨਹੀਂ ਕਰ ਰਿਹਾ। ਜਿਹੜੇ ਵਿੱਚੋਂ ਕੋਲ ਕਰਕੇ ਕਹਿੰਦੇ ਵੀ ਨਹੀਂ ਸਾਡਾ ਬੰਦਾ ਸਹੀ ਹੈ, ਸਟੂਡੈਂਟ ਦੀ ਹੀ ਗਲਤੀ ਆ, ਮੈਂ ਉਹਨਾਂ ਦੀ ਕਹਿਣ ਡਿਆ ਕਿ ਪਲੀਜ਼ ਥੋੜਾ ਜਿਹਾ ਸੋਚੋ। ਆਪਣੀ ਕਮਿਊਨਿਟੀ ਵਿੱਚੋਂ ਹੀ ਆ ਇਹ, ਆਪਾਂ ਹੀ ਗੱਲਾਂ ਡਾਰ ਰਹੇ ਹਾਂ ਆਪਣੇ ਬੰਦਿਆਂ ਦੀ। ਬਾਹਰ ਕੋਈ ਗੋਰਾ ਕਾਲਾ ਆਪਣੀ ਗੱਲਾਂ ਨਹੀਂ ਕਰ ਰਿਹਾ ਕਿ ਆਪਾਂ ਆਪਣੀ ਵੀਡੀਓਸ ਲੀਕ ਕਰ ਰਹੇ ਹਾਂ, ਆਪਾਂ ਆਪਣੇ ਬੰਦਿਆਂ ਦੀ ਗੱਲਾਂ ਬਾਹਰ ਦੱਸ ਰਹੇ ਹਾਂ, ਆਪਾਂ ਜਾ ਕੇ MLA ਔਰ MPs ਨੂੰ ਜਾ ਕੇ ਕੰਪਲੇਂਟ ਕਰਦੇ ਕਿ ਆਪਣਾ ਬੰਦਾ ਇਦਾਂ ਕਰ ਰਿਹਾ, ਬਜਾਏ ਕਿ ਉਹ ਕਰਨ ਦੇ ਪਿਆਰ ਨਾਲ ਬੱਚੇ ਨੂੰ ਜੇ ਸਮਝਾਇਆ ਜਾਏ। ਇਸ ਲੜਕੀ ਨੂੰ ਤੁਹਾਡੀ ਕਿਸ ਸੈਸ਼ਨ ਤੁਸੀਂ ਸਟੂਡੈਂਟ ਰਹੇ ਹੋ? ਬੋਲੋ। ਇਹ ਵੀ ਸਟੂਡੈਂਟ ਹੈ, ਬੋਲੋ ਜੀ। ਮੈਂ ਵੀ ਕਾਫੀ ਟਾਈਮ, ਮੈਂ 4 ਸਾਲ ਸਟੂਡੈਂਟ ਰਿਹਾ ਹਾਂ। ਇਹਨੂੰ ਐਡਵਾਈਸ ਕੀ ਦੇਣਾ ਲੜਕੀ ਨੂੰ? ਐਡਵਾਈਸ ਕੀ ਦੇਣਾ ਤੁਸੀਂ ਹਰਸਿਮਰਨ? ਬੋਲੋ। ਮੈਂ ਭੈਣ ਨੂੰ ਇਹ ਐਡਵਾਈਸ ਦੇਣਾ ਚਾਹੁੰਦਾ ਵਾਂ ਕਿ ਤੂੰ ਭੈਣੇ ਕੀਤੀ ਥੋੜੀ ਜੀ ਕਾਲੀ, ਤੇ ਜਿਹੜੀਆਂ ਅੱਗੇ ਮੇਰੀਆਂ ਭੈਣਾਂ ਆਂਡੀਆਂ ਉਹਨਾਂ ਨੂੰ ਵੀ ਕਹਿਣਾ ਵਾ ਕਿ ਪਹਿਲਾਂ ਆਪਣੀ ਜਿਹੜਾ ਕੰਮ ਨੂੰ ਕਰਨਾ ਆ, ਸਟੱਡੀ ਪੂਰੀ ਕਰਨਾ ਆ, ਪਹਿਲਾਂ ਤੁਸੀਂ ਉਹ ਪੂਰੀ ਕਰੋ। ਜਿਹੜਾ ਬਾਅਦ ਦਾ ਕੰਮ ਆ ਉਹ ਆਪਣੇ ਮਾਪਿਓ ਦੀ ਸਲਾਹ ਲੈ ਕੇ ਕਰੋ, ਕਿਉਂਕਿ ਇੱਥੇ ਬਹੁਤ ਕੁਝ ਹੋ ਰਿਹਾ ਵਾ ਜਿਹੜਾ ਆਪਾਂ ਨੂੰ ਇਲਮ ਵੀ ਨਹੀਂ ਹੁੰਦਾ। ਸੋ ਪਲੀਜ਼ ਬੀ ਕੇਅਰਫੁਲ ਵਿਦ ਆਲ ਆਫ ਦੋਸ। ਓਕੇ, ਥੈਂਕ ਯੂ ਸੋ ਮਚ। ਹਾਂਜੀ, ਕਾਲਰਸ ਲਾਈਨ ਹੋਲਡ ਰੱਖੋ। ਔਰ ਕੱਲ ਨੂੰ 10 ਵਜੇ ਪ੍ਰੋਗਰਾਮ ਸ਼ੁਰੂ ਹੋਣਾ, 10 ਤੋਂ 1। ਇਹ ਸ਼ਾਮ ਨੂੰ ਪ੍ਰੋਗਰਾਮ ਪੇਸ਼ ਕਰਨ 7 ਤੋਂ 10 TV ਤੇ। ਕੱਲ ਨੂੰ ਅਸੀਂ ਕੋਸ਼ਿਸ਼ ਕਰ ਰਹੇ ਕਿ ਉਹ ਲੜਕਾ ਜਿਹੜਾ ਰੀਲ ਸਟੇਟ ਵਿੱਚ ਮੈਂ ਉਹਨੂੰ ਲੈ ਕੇ ਆਵਾਂ, ਔਰ ਅਸੀਂ ਕੋਸ਼ਿਸ਼ ਕਰ ਰਹੇ ਕਿ ਰੀਲ ਸਟੇਟ ਵਾਲਾ ਦੱਸੇ ਕਿ ਸਟੋਰੀ ਹੈ ਕੀ, ਸੱਚੀ ਝੂਠੀ ਹੈ। ਕੱਲ ਨੂੰ ਪਤਾ ਲੱਗੇਗਾ 10 ਤੋਂ 1। ਕੱਲ ਨੂੰ ਮੈਸ ਨਹੀਂ ਕਰਨਾ ਕਿਉਂਕਿ ਰੋਜ਼ ਅਸੀਂ ਪ੍ਰੋਗਰਾਮ 10 ਤੱਕ ਪੇਸ਼ ਕਰਦੇ ਹਾਂ। ਅਸੀਂ ਫਰੀडम ਮੋਬਾਈਲ ਨਾਲ ਜੁੜ ਚੁੱਕੇ ਹਾਂ। ਮੇਰੇ ਪਾਸ 2 ਮਿੰਟ, ਉਸ ਤੋਂ ਬਾਅਦ ਕਾਲਰ ਨੂੰ ਲਾਵਾਂਗੇ। ਲਾਈਨਾਂ ਹੋਲਡ ਰੱਖੋ ਕਾਲਰਸ। ਹਰਸਿਮਰਨ ਕੁਇਕ ਐਕਸ਼ਨ ਲਓ ਕਿਉਂਕਿ ਸਟੋਰੀ ਬੜੀ ਹੈ, ਰੇਡੀਓ ਤੇ ਚੱਲ ਰਹੀ ਹੈ, ਬੜੀ ਅਜੀਬ ਸਟੋਰੀ ਰਨ ਕਰ ਰਹੇ ਹਾਂ। ਬੋਲੋ। ਬਿਲਕੁਲ, ਬਸ ਕੁਇਕਲੀ ਇੱਕ ਹੌਕਾ ਅਸੀਂ ਰਿਮਾਈਂਡਰ ਦੇ ਤੌਰ ਤੇ ਦੱਸਣਾ ਚਾਹਾਂਗੇ ਵੀ ਡੈਫੀਨੇਟਲੀ GTA ਦੀ ਸਭ ਤੋਂ ਵੱਡੀ ਜਿਹੜੀ ਬਲੈਕ ਫਰਾਈਡੇ ਦੀ ਸੇਲ ਆ, ਉਹ 에ਅਰਪੋਰਟ ਤੇ ਕਾਟਰਲ ਦੀ ਬ੍ਰੈਂਟਨ ਦੀ ਲੋਕੇਸ਼ਨ ਫਰੀडम ਮੋਬਾਈਲ ਦੀ। ਉੱਥੇ तमाम ਵਧੀਆ ਲੇਟੈਸਟ ਸਮਾਰਟਫੋਨ ਜਿਹੜੇ ਤੁਹਾਨੂੰ ਬਹੁਤ ਹੀ ਵਧੀਆ ਪ੍ਰਾਈਸਿਸ ਦੇ ਉੱਤੇ ਮਿਲਦੇ ਪਏ, ਔਰ ਵਧੀਆ ਡੀਲਸ ਦਾ ਵੇਰਵਾ ਦੇ ਕੇ। ਕੁਇਕਲੀ ਗੁਰਪ੍ਰੀਤ ਜੀ ਕੀ ਕਹਿਣਾ ਚਾਹੋਗੇ? ਸਾਡੇ तमाम ਵੱਡੀ ਗਿਣਤੀ ਸਰੋਤੇ ਸੁਣਨਾ ਚਾਹੁੰਦੇ। ਜੀ ਬਿਲਕੁਲ ਜੀ, ਦੱਸ ਦਿਓ ਕੁਇਕਲੀ ਕਿ ਜਿੰਨਾ ਵੀ ਸਾਡੇ ਕੋਲ ਨਵੇਂ ਫੋਨਸ ਨੇ ਤੇ ਨਵੇਂ ਪਲਾਨਸ ਨੇ, ਸਾਰੇ ਹੀ 0 ਡਾਊਨ ਪੇਮੈਂਟ ਦੇ ਉੱਤੇ ਲੱਗੇ ਹੋਏ ਨੇ ਜੀ। ਤੇ ਕਈ ਸਾਰੇ ਫੋਨਸ ਨੇ ਜਿਹੜੇ ਤੁਹਾਨੂੰ ਪਲਾਨ ਦੇ ਵਿੱਚ ਬਿਲਕੁਲ ਫ੍ਰੀ ਦਿੱਤੇ ਜਾ ਰਹੇ ਨੇ। ਤੇ ਜੇਕਰ ਡੇਟਾ ਦੀ ਗੱਲ ਕਰੀਏ ਤਾਂ ਜੀ $50 ਤੋਂ ਪਲਾਨ ਸ਼ੁਰੂ ਹੋ ਜਾਂਦੇ ਨੇ। 50 ਦੇ ਵਿੱਚ ਤੁਹਾਨੂੰ ਪੂਰਾ 13 GB ਡੇਟਾ, ਤੇ ਇਸ ਦੇ ਨਾਲ ਹੀ ਜੀ ਅਗਰ ਤੁਸੀਂ ਹੈਵੀ ਡੇਟਾ ਯੂਜ਼ਰ ਹੋ ਤਾਂ $60 ਦੇ ਵਿੱਚ ਤੁਹਾਨੂੰ ਪੂਰਾ 17 GB ਡੇਟਾ ਜਿਹੜਾ ਕਿ ਸਾਡੀ ਲੋਕੇਸ਼ਨ ਤੇ ਦਿੱਤਾ ਜਾ ਰਿਹਾ। ਤੇ ਇਸ ਦੇ ਨਾਲ ਹੀ ਜੀ ਟਾਈਮਿੰਗ ਸ਼ੇਅਰ ਕਰ ਦਈਏ, ਅੱਜ ਅਸੀਂ 8 ਵਜੇ ਤੱਕ ਓਪਨ ਹੈਗੇ ਆ, ਤੇ ਪੂਰਾ ਵੀਕਐਂਡ ਸਾਡੀਆਂ ਜਿਹੜੀਆਂ ਅਨਲਿਮਿਟਿਡ ਪਲਾਨਸ ਵਾਲੀਆਂ ਡੀਲਸ ਲੱਗੀਆਂ ਰਹਿਣਗੀਆਂ ਜੀ। ਕੱਲ ਨੂੰ ਵੀ ਅਸੀਂ ਸਵੇਰੇ 10 ਵਜੇ ਤੋਂ ਲੈ ਕੇ 8 ਵਜੇ ਤੱਕ ਓਪਨ ਹੋਵਾਂਗੇ, ਤੇ ਸੰਡੇ ਨੂੰ ਵੀ ਅਸੀਂ ਸਵੇਰੇ 11 ਵਜੇ ਤੋਂ ਲੈ ਕੇ 6 ਵਜੇ ਤੱਕ ਓਪਨ ਹੋਵਾਂਗੇ। ਤੁਸੀਂ ਆ ਕੇ ਡੀਲਸ ਦਾ ਫਾਇਦਾ ਚੱਕ ਸਕਦੇ ਹੋ ਜੀ। ਪਹੁੰਚਣਾ ਹੈ 60 ਕਾਟਰਲ ਮੇਨ ਇੰਟਰਸੈਕਸ਼ਨ 에ਅਰਪੋਰਟ ਐਂਡ ਕਾਟਰਲ, ਟਰਟਲ ਜੈਕਸ ਵਾਲਾ ਪਲਾਜ਼ਾ। ਤੇ ਵਧੇਰੀ ਜਾਣਕਾਰੀ ਲਈ ਕਾਲ ਕਰਨੀ ਹੈ ਜੀ 905 216 94 64 ਦੇ ਉੱਤੇ। 905 216 9464 ਤੇ ਕਾਲ ਕਰੋ ਜੀ। ਥੈਂਕ ਯੂ ਜੀ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਦੱਸੀ ਕਿ ਜਬਲਾਟ ਸਟਰੀਟ ਦੇ ਉੱਪਰ ਬਹੁਤ ਵੱਡਾ ਮੇਲਾ ਲੱਗਾ ਹੋਇਆ ਕਿਸਮ, ਜਿੱਥੇ ਕਿ ਤੁਸੀਂ ਨੰਬਰ 1 ਜਾ ਕੇ ਸ਼ਾਪਿੰਗ ਕਰ ਸਕਦੇ ਹੋ। ਇਲੈਕਟ੍ਰੋਨਿਕ ਕੋਈ ਵੀ ਸਮਾਨ ਲੈਣਾ ਚਾਹੁੰਦੇ ਹੋ ਤਾਂ ਇੱਥੇ ਸਮਾਨ ਲੈ ਸਕਦੇ ਹੋ। ਮੇਰੇ ਪਾਸ ਕਾਲਰਸ ਨੂੰ ਬੜੀ ਬੇਨਤੀ, ਸ਼ਾਰਟ ਮੈਸੇਜ ਲਵਾਂਗਾ। ਕਾਲਰ ਗੋ ਹੈਡ ਪਲੀਜ਼, ਕੀ ਕਹਿਣਾ ਚਾਹੁੰਦੇ ਹੋ? ਕਾਲਰ ਗੋ ਹੈਡ। ਹਾਂਜੀ, ਅਗਲੀ ਕਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸਰ। ਹਾਂਜੀ ਅਜਮੇਰ ਜੀ 30 ਸੈਕਿੰਡ ਨੇ, ਬੋਲੋ ਕੀ ਕਹਿਣਾ ਚਾਹੁੰਦੇ ਲੜਕੀ ਨੂੰ, ਕੀ ਐਡਵਾਈਸ ਹੈ? ਸਰ ਮੈਂ ਇਹ ਕਹਿਣਾ ਜੀ, ਲੜਕੀ ਦੀ ਉਮਰ ਥੋੜੀ ਛੋਟੀ ਹੈ ਜੀ, ਇਸ ਕਰਕੇ
ਉਹਨਾਂ ਨੂੰ ਕਈ ਵਾਰ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਕਿ ਬੈਡ ਟੱਚ ਕੀ ਹੈ, ਚੰਗਾ ਕੀ ਆ, ਉਹਨੂੰ ਬਹਿਕਾ ਲਿਆ ਗੱਲਾਂ ਦੇ ਵਿੱਚ, ਇਸ ਕਰਕੇ ਉਹ ਗਲਤ ਕਦਮ ਚੁੱਕ ਲਿਆ ਲੜਕੀ ਨੇ ਵੀ। ਹੁਣ ਜਿੱਥੋਂ ਤੱਕ ਮੈਂ ਸਟੱਡੀ ਕੀਤੀ ਹੈ ਜੀ, ਇੱਥੋਂ ਦੇ ਕੈਨੇਡੀਅਨ ਦੇ ਪੀਪਲ ਦੇ ਹਿਸਾਬ ਨਾਲ 15 ਸਾਲ ਦੇ ਹਰ ਇੱਕ ਬੰਦਾ ਮਤਲਬ ਜੋ 15 ਸਾਲ ਤੱਕ ਵਰਜਿਨਿਟੀ ਆਪਣੀ ਲੋਸ ਕਰ ਦਿੰਦਾ ਜੀ, ਭਾਵੇਂ ਉਹ ਔਰਤ ਹੋਵੇ ਬੰਦਾ ਹੋਵੇ, ਹਨਾ ਜੀ, ਲੜਕਾ ਹੋਵੇ ਲੜਕੀ ਹੋਵੇ। ਤੇ ਮੈਂ ਇਦਾਂ ਦਾ ਸਾਰੇ ਇੱਕ ਸਰੀ ਦੇ ਵਿੱਚ ਮੈਂ ਨਿਊਜ਼ ਦੇਖਿਆ, ਤੁਹਾਨੂੰ ਲਿੰਕ ਵੀ ਸੈਂਡ ਕਰੂੰਗਾ, ਕਿ ਉੱਥੇ ਇੱਕ ਭੂਆ ਦਾ ਮੁੰਡਾ ਆਪਣੀ ਮਾਮੇ ਦੀ ਕੁੜੀ ਨਾਲ 10 ਸਾਲ ਤੱਕ ਇਦਾਂ ਹੀ ਸ਼ੋਸ਼ਣ ਕਰਦਾ ਰਿਹਾ ਜੀ, ਸਰੀਰਕ ਸੰਬੰਧ ਨਾਲ। ਤੁਸੀਂ ਐਡਵਾਈਸ ਕੀ ਦੇਣੀ, ਐਡਵਾਈਸ ਦਿਓ ਸਾਨੂੰ ਸਟੋਰੀ। ਇਹ ਹੈ ਜੀ ਕਿ ਗਲਤੀ ਹੋ ਗਈ ਆ, ਇਹਨਾਂ ਨੂੰ ਕਮਿਊਨਿਟੀ ਨੂੰ ਚਾਹੀਦਾ ਕਿ ਇਹਨਾਂ ਨੂੰ ਸੋਲੂਸ਼ਨ ਕੋਈ ਦੇਣ, ਨਾ ਕਿ ਇਹਨਾਂ ਨੂੰ ਭੰਡਣ। ਓਕੇ ਜੀ, ਮਿਹਰਬਾਨੀ, ਥੈਂਕ ਯੂ। ਅੱਛਾ ਨੰਬਰ ਹਾਂਜੀ ਤੁਸੀਂ ਲਾਈਨ ਤੇ ਕਾਲਰ, ਤੁਹਾਡੀ ਐਡਵਾਈਸ ਕੀ ਇਸ ਲੜਕੀ ਨੂੰ ਬੋਲੋ। ਮੇਰੀ ਐਡਵਾਈਸ ਇਹੀ ਆ, ਫਰਸਟ ਆਫ ਆਲ ਇਹਦਾ ਹੀ ਰਾਈਟ ਆ ਇਹ ਇਫ ਸ਼ੀ ਵਾਂਟਸ ਟੂ ਕੀਪ ਦ ਬੇਬੀ অর ਨਾਟ, ਬਟ ਇਫ ਸ਼ੀ ਡਿਸਾਈਡਸ ਟੂ ਡੂ ਸੋ, ਜਿਹੜੇ ਕਿ ਫਾਦਰ ਆ ਡਜ਼ਨਟ ਮੈਟਰ ਉਹ ਆਲਰੇਡੀ ਮੈਰਿਡ ਆ ਕਿ ਨਹੀਂ ਆ, ਜਿਹਦੀ ਜ਼ਿਆਦਾ ਇਨਕਮ ਹੁੰਦੀ ਆ ਮਦਰ ਫਾਦਰ ਤੋਂ, ਜ਼ਿਆਦਾ ਇਨਕਮ ਵਾਲੇ ਨੂੰ ਚਾਈਲਡ ਸਪੋਰਟ ਪੇ ਕਰਨੀ ਪੈਂਦੀ ਆ, ਸੋ ਸ਼ੀ ਸ਼ੁਡ ਗੋ ਫॉर ਦੀ ਲੀਗਲ ਐਡਵਾਈਸ ਤੇ ਇਹ ਲੀਗਲੀ ਉਹਨਾਂ ਦੇ ਅਗੇਂਸਟ ਐਕਸ਼ਨ ਲੈ ਸਕਦੀ ਆ। ਇੱਕ ਹੋਰ ਗੱਲ, ਇਜ਼ ਦ ਗਰਲ ਓਵਰ 18? ਆਫ ਕੋਰਸ ਤੁਸੀਂ 18 ਸਾਲ ਦੇ ਉੱਪਰ ਹੋ ਨਾ ਆਪਣੇ। ਹਾਂ ਸ਼ੀ ਜੇ ਅੰਡਰ 18 ਘੱਟ ਹੁੰਦੇ ਤਾਂ ਮੈਂ ਲੈ ਕੇ ਨਹੀਂ ਸੋਣਾ। ਸ਼ੀ ਇਜ਼ ਓਵਰ 18 ਫॉर ਸ਼ੋਰ। ਸ਼ੀ ਇਜ਼ ਹਨੀਪ੍ਰੀਤ, ਤੁਸੀਂ ਹੁਣ ਤੁਸੀਂ ਆਪਸ ਵਿੱਚ ਪਿਆਰ ਕਰਦੇ ਹੋ ਹਾਲੇ ਵੀ? ਹਨੀ ਤੁਸੀਂ ਨਹੀਂ ਕਰਦੇ ਆਪਸ ਵਿੱਚ? ਲੱਗਣਾ ਕਿ ਹੁਣ ਇੰਨਾ ਕੁਝ ਹੋ ਗਿਆ, ਹੁਣ ਪਿਆਰ ਕੀ ਰਹਿਣਾ। ਆਈ ਸੀ। ਮੈਨੂੰ ਦੁੱਖ ਹੈ, ਅਸੀਂ ਕੱਲ ਨੂੰ ਤੁਹਾਨੂੰ ਫੇਰ ਲੈ ਕੇ ਆਉਂਦੇ ਆ ਹਨੀਪ੍ਰੀਤ, ਕੱਲ ਨੂੰ ਤੁਸੀਂ ਕੋਸ਼ਿਸ਼ ਕਰਕੇ ਤੁਹਾਨੂੰ ਟੀਵੀ ਤੇ ਲੈ ਕੇ ਆਵਾਂ, ਠੀਕ ਹੈ ਜੀ, ਮਿਹਰਬਾਨੀ। ਹਾਂਜੀ, ਔਰ ਮੈਨੂੰ ਦੁੱਖ ਹੈ, ਔਰ ਮੈਂ ਕੋਸ਼ਿਸ਼ ਕਰਾਂ ਕੱਲ ਨੂੰ ਹਨੀਪ੍ਰੀਤ ਨੂੰ ਇੱਥੇ ਲੈ ਕੇ ਆਈਏ। ਕੱਲ ਨੂੰ 10 ਤੋਂ 1 ਪ੍ਰੋਗਰਾਮ ਗਰਮ ਰਹੇਗਾ, ਸੋ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਜੋਗਿੰਦਰ ਬਾਸੀ ਤੇ ਗੁਰਪ੍ਰੀਤ ਸਿੰਘ ਆਗੇ ਦਿਓ। ਸ਼ਾਮ ਨੂੰ ਫੇਰ ਸਟੋਰੀ ਸੁਣੋ, ਬੜੀ ਅਜੀਬ ਸਟੋਰੀ ਹੈ। ਮੈਨੂੰ ਦੁੱਖ ਹੈ ਜੋ ਹੋ ਰਿਹਾ ਸਾਡੇ ਸਮਾਜ ਦੇ ਵਿੱਚ, ਪਰ ਇਹ ਵਨ ਸਾਈਡਡ ਸਟੋਰੀ ਹੈ। ਸਾਡੇ ਸਟੇਸ਼ਨ ਨਾਲ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ ਹੈ। ਖਾਣਾ ਖਾਣ ਲਈ ਸਵੀਟ ਮੈਨੂੰ ਯਾਦ ਰੱਖਣਾ। ਹੈਵ ਅ ਗੁੱਡ ਵੀਕਐਂਡ, ਔਰ ਕੱਲ ਨੂੰ 10 ਵਜੇ